ਪੀਊ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵਹਿ ਖਰਚਹਿ ਰਲ ਮੇਲ ਭਾਈ, ਟੋਟ ਨ ਆਵੈ ਵਧ ਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੈ ਲਿਆਰ ਲਾਏ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਰਾਮ। ਗੁਰਬਾਣੀ ਲਾਗੇ ਤਿਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ। ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ। ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇਕ ਵਸਤ ਅਨੂਪ ਦਿਖਾਈ। ਗੁਰ ਗੋਵਿੰਦ ਗੋਵਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਗਿਆਨ ਧਿਆਨ ਕੇਸ਼ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨੋ ਬੋਲੇ ਆਪੇ ਬੁਝੈ, ਆਪੇ ਸਮਝੈ ਆਪੇ ਬੁਝੈ। ਗਿਆਨੋ ਬੋਲੇ ਆਪੇ ਬੁਝੈ, ਆਪੇ ਸਮਝੈ ਆਪੇ ਬੁਝੈ। ਗੁਰ ਕਾ ਕਹਿਆ ਅੰਕ ਸਮਾਵੈ, ਨਿਰਮਲ ਸੁਚੇ ਸਾਚੋ ਭਾਵੈ। ਗੁਰ ਸਾਗਰ ਰਤਨੀ ਨਹੀਂ ਤੋਟ, ਲਾਲ ਪਦਾਰਥ ਸਾਧ ਕੋਟ। ਗੁਰ ਕਹਿਆ ਸਾਕਾਰ ਹੋ, ਗੁਰ ਕੀ ਕਰਨੀ ਕਾਹੇ ਆਵੋ। ਨਾਨਕ ਗੁਰਮਤਿ ਸਾਚ ਸਮਾਵੋ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਆਵੋ। ਨਾਨਕ ਗੁਰਮਤਿ ਸਾਚ ਸਮਾਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ
ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਸ਼ਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਮਹਾਨ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੈ ਮੂਰਤ ਹੈ ਜਾਗੇ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਵੇਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕਉ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਧਾਰ ਕੈ ਮੂਰਤ ਹੈ ਜਾਗੇ ਆਇਓ। ਐਸੇ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰੂ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀਦਾਰ ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ। ਲੜੀਵਾਰ ਰੂਪ ਵਿੱਚ ਸਤਿਗੁਰੂ ਜੀ ਦੱਖਣੀ ਓਂਕਾਰ ਬਾਣੀ ਦੇ ਅੰਦਰ 27ਵੀਂ ਪੌੜੀ ਦੁਆਰਾ ਅੱਜ ਦਾ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। 933 ਅੰਗ ਤੇ ਸਤਿਗੁਰੂ ਜੀ ਦਾ ਇਹ ਪਾਵਨ ਬਚਨ ਸੋਹਣੀਕ ਹੈ। ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨੋ ਬੋਲੇ ਆਪੇ ਬੁਝੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਕਿ ਵਾਹਿਗੁਰੂ ਪਰਮੇਸ਼ਰ ਜੀ ਆਪ ਹੀ ਗੁਰੂ ਰੂਪ ਹੋ ਕਰਕੇ ਗਿਆਨ ਨੂੰ ਬੋਲਦੇ ਹਨ। ਆਪਣੇ ਗਿਆਨ ਨੂੰ ਆਪ ਹੀ ਬੋਲਣ ਵਾਲੇ ਹਨ ਤੇ ਆਪ ਹੀ ਉਸ ਗਿਆਨ ਨੂੰ ਜਗਿਆਸੂ ਰੂਪ ਹੋ ਕਰਕੇ ਬੁੱਝਣ ਵਾਲੇ ਹਨ, ਸੁਣਨ ਵਾਲੇ ਹਨ। ਬੋਲਣ ਵਾਲੇ ਵੀ ਆਪ ਹਨ ਗਿਆਨ ਨੂੰ, ਤੇ ਬੁੱਝਣ ਵਾਲੇ ਸੁਣਨ ਵਾਲੇ ਵੀ ਆਪ ਹਨ। ਗੁਰੂ ਰੂਪ ਹੋ ਕਰਕੇ ਬੋਲਦੇ ਹਨ ਤੇ ਸਿੱਖ ਰੂਪ ਹੋ ਕਰਕੇ ਸੁਣਦੇ ਹਨ। ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਦੇ ਅੰਦਰ ਗਿਆਨ ਗੱਗੇ ਨਾਲ ਵੀ ਉਚਾਰਨ ਕੀਤਾ ਹੈ ਤੇ ਗੰਗੇ ਨਾਲ ਵੀ ਉਚਾਰਨ ਕੀਤਾ ਹੈ। ਜਿਵੇਂ ਮਹਾਰਾਜ ਸਾਹਿਬ ਜੀ ਦੇ ਬਚਨ ਆਉਂਦੇ ਹਨ, ਗੰਗਾ ਗਿਆਨ ਨਹੀਂ ਮੁਖ ਬਾਤੋ। ਪਰ ਇੱਥੇ ਮਹਾਰਾਜ ਸਾਹਿਬ ਜੀ ਨੰਨੇ ਅੱਖਰ ਦੁਆਰਾ ਉਚਾਰਨ ਕੀਤਾ ਹੈ, ਗਿਆਨੋ। ਭਾਵ ਗਿਆਨ ਦਾ ਹੀ ਹੈ, ਭਾਵੇਂ ਮਹਾਰਾਜ ਸਾਹਿਬ ਜੀ ਨੇ ਇਹ ਨੰਨੇ ਅੱਖਰ ਦੁਆਰਾ ਇੱਥੇ ਉਚਾਰਿਆ। ਗਿਆਨੋ ਬੋਲੇ, ਵੀ ਗਿਆਨ ਨੂੰ ਬੋਲਣਾ। ਪ੍ਰਭੂ ਜੀ ਆਪ ਹੀ ਗੁਰੂ ਰੂਪ ਹੋ ਕਰਕੇ ਗਿਆਨ ਨੂੰ ਕਥਨ ਕਰਦੇ ਹਨ, ਗਿਆਨ ਨੂੰ ਬੋਲਦੇ ਹਨ। ਆਪੇ ਬੁੱਝੈ ਤੇ ਆਪ ਹੀ ਜਗਿਆਸੂ ਰੂਪ ਹੋ ਕਰਕੇ, ਸਿੱਖ ਰੂਪ ਹੋ ਕਰਕੇ ਉਸ ਨੂੰ ਸਰਵਣ ਕਰਕੇ ਉਸ ਨੂੰ ਬੁੱਝਦੇ ਹਨ, ਸਮਝਦੇ ਹਨ। ਆਪੇ ਸਮਝੈ ਆਪੇ ਸੂਝੈ। ਤੇ ਆਪ ਹੀ ਗਿਆਨ ਨੂੰ ਫਿਰ ਸੁਣ ਕਰਕੇ ਸਮਝਦੇ ਵੀ ਆਪ ਹੀ ਹਨ ਤੇ ਆਪ ਹੀ ਫਿਰ ਉਸ ਦੀ ਸੂਝ ਪ੍ਰਾਪਤ ਕਰਦੇ ਹਨ। ਉਹ ਗਿਆਨ ਦੀ ਸੋਝੀ ਵੀ ਆਪ ਹੀ ਧਾਰਨ ਕਰਦੇ ਹਨ।
ਆਪੇ ਸਮਝੈ। ਵੀ ਸਰਵਣ ਕਰਨ ਤੋਂ ਬਾਅਦ ਸਮਝਣ ਤੋਂ ਭਾਵ ਹੈ ਮੰਨਣ ਵੀ ਆਪ ਹੀ ਕਰਦੇ ਹਾਂ, ਤੇ ਮੰਨਣ ਕਰਨ ਤੋਂ ਬਾਅਦ ਨਿਧਿਆਸਣ ਆਪੇ ਸੂਝੈ, ਭਾਵ ਜੋ ਸੁਣਿਆ ਹੈ, ਜੋ ਮੰਨਿਆ ਹੈ, ਤੇ ਫਿਰ ਉਸ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕੀਤਾ ਹੈ, ਉਹਦੀ ਕਮਾਈ ਕੀਤੀ, ਉਹਨੂੰ ਕਹਿੰਦੇ ਨਿਧਿਆਸਣ। ਉਹਦੇ ਅਨੁਸਾਰ ਢਾਲਿਆ ਹੈ ਆਪਣੇ ਆਪ ਨੂੰ, ਆਪੇ ਸੂਝੈ, ਆਪ ਹੀ ਉਸ ਦੀ ਕਮਾਈ ਕਰਨ ਵਾਲੇ ਹਨ। ਸੇਵਕ ਰੂਪ ਹੋ ਕਰਕੇ, ਸਿੱਖ ਰੂਪ ਹੋ ਕਰਕੇ। ਤੋ ਗਰੀਬ ਨਿਵਾਜ ਸਾਹਿਬ ਜੀ ਨੇ ਆਪ ਹੀ ਗੁਰੂ ਰੂਪ ਹੋ ਕਰਕੇ ਗਿਆਨ ਦਾ ਕਥਨ ਕੀਤਾ ਹੈ। ਗਿਆਨੋਂ ਬੋਲੇ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਪ ਆਪਣੀ ਰਸਨਾ ਤੋਂ ਗਿਆਨ ਦਾ ਉਚਾਰਨ ਕੀਤਾ, ਅੰਮ੍ਰਿਤ ਬਾਣੀ ਉਚਾਰਨ ਕੀਤੀ, ਤੇ ਅਨੇਕਾਂ ਸਿੱਖਾਂ ਸੇਵਕਾਂ ਨੇ ਉਸ ਗਿਆਨ ਨੂੰ ਆਪੇ ਬੂਝਿਆ, ਆਪ ਹੀ ਸਰਵਣ ਕੀਤਾ ਹੈ। ਉਹਨਾਂ ਸਿੱਖਾਂ ਦੇ ਵਿੱਚ ਇੱਕ ਸਿੱਖ ਬਾਬਾ ਲਹਿਣਾ ਜੀ ਵੀ ਹਨ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਪਹਿਲਾ ਪਵਿੱਤਰ ਨਾਮ ਬਾਬਾ ਲਹਿਣਾ ਜੀ ਹੈ। ਤਾਂ ਬਾਬਾ ਲਹਿਣਾ ਜੀ ਨੇ ਵੀ ਉਹ ਗਿਆਨ ਸਰਵਣ ਕੀਤਾ ਹੈ, ਬਾਣੀ ਉਪਦੇਸ਼ ਸਰਵਣ ਕੀਤੀ ਹੈ, ਆਪੇ ਬੂਝਿਆ, ਫਿਰ ਉਹਨੂੰ ਸੁਣਿਆ ਹੈ, ਬੁੱਝਿਆ ਹੈ, ਆਪੇ ਸਮਝਿਆ, ਫਿਰ ਆਪ ਹੀ ਉਸ ਨੂੰ ਸਮਝਿਆ ਹੈ, ਆਪ ਹੀ ਉਸ ਦੀ ਸੋਝੀ ਹਾਸਲ ਕੀਤੀ ਹੈ, ਫਿਰ ਆਪ ਹੀ ਗੁਰੂ ਸਾਹਿਬ ਦਾ ਰੂਪ ਹੋ ਗਏ। तो ਮਹਾਰਾਜ ਸਾਹਿਬ ਜੀ ਫਿਰ ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਆਪ ਹੀ ਇਸ ਗਿਆਨ ਨੂੰ ਬੁੱਝਿਆ ਹੈ, ਸੁਣਿਆ ਹੈ, ਸਮਝਿਆ ਹੈ, ਸੋਝੀ ਹਾਸਲ ਕੀਤੀ ਹੈ, ਸੇਵਕ ਰੂਪ ਹੋ ਕਰਕੇ ਸੇਵਾ ਕੀਤੀ। ਚੌਥੇ ਸਰੂਪ ਵਿੱਚ ਵੀ, ਪੰਜਵੇਂ ਵਿੱਚ ਵੀ। ਤਾਂ ਇਹ ਮਹਾਰਾਜ ਸਾਹਿਬ ਜੀ ਦੀ ਐਸੀ ਅਚਰਜ ਖੇਡ ਹੈ ਵੀ ਅਸਲ ਵਿੱਚ ਗੱਲ ਇਹ ਆ ਵੀ ਪਰਮੇਸ਼ਰ ਆਪਣਾ ਗਿਆਨ ਆਪ ਹੀ ਦਿੰਦੇ ਆ, ਉਹਦਾ ਗਿਆਨ ਦੂਜੇ ਤੋਂ ਨਹੀਂ ਹਾਸਲ ਹੁੰਦਾ। ਆਪਣਾ ਗਿਆਨ ਆਪ ਹੀ ਬੋਲਦੇ, ਆਪ ਹੀ ਸਮਝਦੇ, ਆਪ ਹੀ ਸਾਰੀ ਇਹ ਸੋਝੀ ਹਾਸਲ ਕਰਦੇ, ਕਿਉਂਕਿ ਸਾਰਿਆਂ ਵਿੱਚ ਆਪ ਹੀ ਤਾਂ ਬੈਠੇ ਹੋਏ, ਦੇਣ ਵਾਲੇ ਵਿੱਚ ਵੀ ਆਪ ਹੀ ਅਤੇ ਲੈਣ ਵਾਲੇ ਵਿੱਚ ਵੀ ਆਪ ਹੀ ਆ, ਸਾਰੇ ਪਾਸੇ ਵਰਤਾਰਾ ਆਪਣਾ ਹੀ ਆ। ਇਸ ਨੂੰ ਫਿਰ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਵਿੱਚ ਗੁਰੂ ਸਾਹਿਬਾਂ ਨੇ ਵੀ ਐਸਾ ਕਥਨ ਕੀਤਾ ਹੈ, ਜਲਸ ਤੂੰ ਹੀ, ਥਲਸ ਤੂੰ ਹੀ, ਨਦਸ ਤੂੰ ਹੀ, ਨਦਸ ਤੂੰ ਹੀ, ਇਹ ਸਾਰੇ ਪਾਸੇ ਹੈ ਪ੍ਰਭੂ ਤੂੰ ਹੀ ਤੂੰ ਹੈ। ਕਹਿੰਦਿਆਂ ਕਹਿੰਦਿਆਂ ਦਸ਼ਮੇਸ਼ ਪਾਤਸ਼ਾਹ ਫਿਰ ਅਖੀਰ ਤੇ ਕਹਿੰਦੇ ਤੂੰ ਹੀ ਤੂੰ ਹੀ, 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 ਤੂੰ ਹੀ ਤੂੰ ਹੀ 16 ਵਾਰੀ ਇਹ ਅਕਾਲ ਉਸਤਤ ਦੇ ਵਿੱਚ ਆਉਂਦਾ ਕਿ ਹੇ ਪ੍ਰਭੂ ਤੂੰ ਹੀ ਤੂੰ ਹੈ। ਆਪ ਹੀ ਆਪਣਾ ਗਿਆਨ ਬਖਸ਼ਣ ਵਾਲੇ ਹਨ। ਆਪਣੇ ਗਿਆਨ ਨੂੰ ਨਿਰਗੁਣ ਤੋਂ ਸਰਗੁਣ ਰੂਪ ਹੋ ਕਰਕੇ ਤੇ ਨਿਰਗੁਣ ਸਰੂਪ ਦਾ ਗਿਆਨ ਆਪ ਹੀ, ਇਹ ਬਾਣੀ ਆਪਣੀ ਆਪ ਹੀ ਉਚਾਰਨ ਕੀਤੀ ਹੈ। ਇਹ ਧੁਰ ਕੀ ਬਾਣੀ ਆਈ ਜਿਸ ਨੂੰ ਮਹਾਰਾਜ ਨੇ ਆਖਿਆ ਹੈ, ਇਹ ਸਾਰਾ ਗਿਆਨ ਆਪ ਹੀ ਬੋਲਿਆ ਗੁਰੂ ਸਾਹਿਬਾਂ, ਆਪਣੇ ਮੁਖ ਤੋਂ ਉਚਾਰਨ ਕੀਤਾ ਹੈ, ਭਗਤਾਂ ਦੇ ਮੁਖ ਤੋਂ ਉਚਾਰਨ ਕੀਤਾ ਹੋਇਆ ਹੈ, ਭੱਟ ਸਾਹਿਬਾਨਾਂ ਦੇ ਮੁਖ ਤੋਂ ਉਚਾਰਨ ਕੀਤਾ ਹੋਇਆ ਹੈ ਬਚਨ, ਇਹ ਗਿਆਨ, ਇਹ ਗੁਰਬਾਣੀ ਗੁਰਸਿੱਖਾਂ ਦੇ ਮੁਖ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਦਸਮ ਪਾਤਸ਼ਾਹ ਜੀ ਦੀ ਬਾਣੀ, ਗੁਰਸਿੱਖਾਂ ਦੀ ਬਾਣੀ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ, ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦੀ ਬਾਣੀ। ਤਾਂ ਮਹਾਰਾਜ ਨੇ ਆਖਿਆ ਹੈ ਇਸ ਅੰਮ੍ਰਿਤ ਬਾਣੀ ਨੂੰ, ਇਸ ਗਿਆਨ ਨੂੰ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ।
ਵੀ ਇਹ ਬਾਣੀ ਧੁਰ ਤੋਂ ਆਈ ਹੋਈ ਹੈ। ਇਹ ਅਕਾਲ ਪੁਰਖ ਦੀ ਬਾਣੀ, ਇਹ ਨਿਰੰਕਾਰ ਦੀ ਬਾਣੀ, ਨਿਰੰਕਾਰ ਦੇ ਦੇਸ਼ ਚੋਂ ਆਈ ਹੋਈ ਹੈ। ਤੇ ਗੁਰੂ ਸਾਹਿਬ ਕਿੱਥੋਂ ਆਏ ਹੋਏ? ਮਹਾਰਾਜ ਆਪ ਵੀ ਤਾਂ ਧੁਰ ਤੋਂ ਹੀ ਆਏ ਹੋਏ ਆ। ਤੇ ਗੁਰੂ ਸਾਹਿਬ ਜੀ ਦੀ ਰਸਨਾ ਤੋਂ ਇਹ ਬਾਣੀ ਉਚਰਨ ਕੀਤੀ ਹੈ। ਮਹਾਰਾਜ ਸਾਹਿਬ ਉਚਾਰੀ ਆਪਣੀ ਰਸਨਾ ਤੋਂ ਬਾਣੀ, ਗੁਰੂ ਸਾਹਿਬ ਦੇ ਹਿਰਦੇ ਵਿੱਚੋਂ ਆਈ। ਤਾਂ ਸਤਿਗੁਰੂ ਆਪ ਵੀ ਤਾਂ ਧੁਰ ਤੋਂ ਹੀ ਆਏ ਹੋਏ ਆ। ਸਤਿਗੁਰਾਂ ਦੀ ਬਾਣੀ ਧੁਰ ਤੋਂ ਆਈ ਹੋਈ ਹੈ ਤੇ ਸਤਿਗੁਰੂ ਆਪ ਵੀ ਧੁਰੋਂ ਹੀ ਆਏ ਹੋਏ ਆ। ਤਾਂ ਹੀ ਆਖਿਆ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਆ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆ। ਅਸਲ ਵਿੱਚ ਮਹਾਰਾਜ ਸਾਹਿਬ ਜੀ ਹੈ ਤਾਂ ਆਪ ਹੀ, ਪਰ ਥੋੜਾ ਜਿਹਾ ਪਰਦਾ ਪਾਇਆ ਵਿਚਾਲੇ। ਆਪ ਹੀ ਨਿਰਗੁਣ ਹਨ, ਆਪ ਹੀ ਸਰਗੁਣ, ਆਪ ਹੀ ਅਕਾਲ ਪੁਰਖ ਵਾਹਿਗੁਰੂ ਆ, ਆਪ ਹੀ ਗੁਰੂ ਰੂਪ ਹਨ। ਆਪੇ ਗੁਰ ਚੇਲਾ ਹੈ ਆਪੇ, ਗੁਰੂ ਵੀ ਆਪ ਅਤੇ ਚੇਲਾ ਰੂਪ ਵੀ ਆਪ ਹੀ ਹੋ ਜਾਂਦੇ, ਕਿਉਂਕਿ ਸਾਰੀ ਰਚਨਾ ਤੇ ਆਪਣੇ ਵਿੱਚੋਂ ਹੀ ਪ੍ਰਗਟ ਕੀਤੀ ਹੈ। ਆਪੇ ਗੁਰ ਚੇਲਾ ਹੈ ਆਪੇ, ਆਪੇ ਹਰ ਪ੍ਰਭ ਚੋਜ ਵਿਡਾਣੀ, ਆਪ ਹੀ ਸਾਰੇ ਚੋਜ ਵਿਡਾਣ ਕਰਨ ਵਾਲਾ, ਅਸਚਰਜ ਚੋਜ ਕਰਨ ਵਾਲੇ। ਤੋ ਮਹਾਰਾਜ ਸਾਹਿਬ ਜੀ ਨੇ ਇਹ ਆਪ ਹੀ ਸਾਰੀ ਖੇਡ ਰਚੀ ਹੋਈ ਹੈ। ਆਪ ਹੀ ਨਿਰਗੁਣ ਤੋਂ ਸਰਗੁਣ ਰੂਪ ਹੋ ਕਰਕੇ ਗਿਆਨ ਨੂੰ ਬੋਲਿਆ ਹੈ। ਆਪਣੇ ਗਿਆਨ ਨੂੰ ਆਪ ਹੀ ਸੰਸਾਰ ਵਿੱਚ ਪ੍ਰਗਟ ਕੀਤਾ, ਚਾਹੇ ਗੁਰੂ ਰੂਪ ਵਿੱਚ, ਚਾਹੇ ਭਗਤਾਂ ਦੇ ਰੂਪ ਵਿੱਚ, ਚਾਹੇ ਗੁਰਸਿੱਖਾਂ ਦੇ ਰੂਪ ਵਿੱਚ। ਇਹ ਆਪ ਹੀ ਮਹਾਰਾਜ ਸਾਹਿਬ ਜੀ ਨੇ ਆਪਣੇ ਗਿਆਨ ਨੂੰ ਪ੍ਰਗਟ ਕੀਤਾ ਹੋਇਆ। ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਧਾਰ ਜਿਨ ਸਗਲੀ ਮੋਹੀ। ਜੋਤ ਰੂਪ ਹਰਿ ਆਪ, ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਜੋਤੀ ਸਰੂਪ ਨੇ ਆਪ ਹੀ ਇਹ 10 ਜਾਮੇ ਧਾਰਨ ਕੀਤੇ, ਫਿਰ ਆਪ ਹੀ ਸ਼ਬਦ ਦੇ ਵਿੱਚ ਅਭੇਦਤਾ ਸ਼ਬਦ ਵਿੱਚ ਲੀਨ ਹੋ ਗਏ। ਪਹਿਲਾਂ ਹੀ ਮਹਾਰਾਜ ਸਾਹਿਬ ਨੇ ਕਹਿ ਦਿੱਤਾ ਵੀ ਸਾਡੇ ਵਿੱਚ ਤੇ ਬਾਣੀ ਵਿੱਚ ਫਰਕ ਕੋਈ ਨਹੀਂ ਹੈ, ਸਾਡੇ ਵਿੱਚ ਤਾਂ ਸ਼ਬਦ ਵਿੱਚ ਅੰਤਰਾ ਕੋਈ ਨਹੀਂ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਆਪ ਹੀ ਮਹਾਰਾਜ ਸਾਹਿਬ ਜੀ ਗਿਆਨੋਂ ਬੋਲੇ, ਗਿਆਨ ਨੂੰ ਬੋਲਣ ਵਾਲੇ ਹਨ। ਆਪੇ ਬੂਝੈ, ਆਪ ਹੀ ਇਸ ਨੂੰ ਸੁਣਨ ਵਾਲੇ ਹਨ, ਸਰਵਣ ਕਰਨ ਵਾਲੇ ਹਨ। ਆਪ ਹੀ ਬੁੱਝਣ ਵਾਲੇ ਹਨ। ਆਪੇ ਸਮਝੈ, ਆਪ ਹੀ ਫਿਰ ਇਸ ਨੂੰ ਮੰਨਣ ਵਾਲੇ, ਸਮਝਣ ਵਾਲੇ ਹਨ। ਆਪੇ ਸੂਝੈ, ਤੇ ਆਪ ਹੀ ਇਸ ਦੀ ਸੋਝੀ ਹਾਸਲ ਕਰਨ ਵਾਲੇ। ਗਿਆਨ ਸੁਝਦਾ ਵੀ ਆਪ ਨੂੰ ਹੀ। ਇਹ ਸਾਰਾ ਮਹਾਰਾਜ ਸਾਹਿਬ ਜੀ ਨੇ ਆਪਣਾ ਹੀ ਖੇਡ ਰਚਿਆ ਹੋਇਆ, ਇਹ ਆਪਣਾ ਹੀ ਖੇਡ ਰਚੀ ਹੋਈ ਹੈ। ਤੋ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਇਹ ਆਪ ਹੀ ਸਾਰਾ ਵਰਤਾਰਾ ਵਰਤਾਇਆ ਹੋਇਆ। ਤਾਂ ਇਸ ਬ੍ਰਹਮ ਦ੍ਰਿਸ਼ਟੀ ਦੇ ਵਿੱਚ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਇਹ ਕਥਨ ਕਰਨ ਵਾਲੇ ਵਿੱਚ ਵੀ ਆਪ ਹੀ ਹੈ ਤੇ ਸੁਣਨ ਵਾਲੇ ਵਿੱਚ ਵੀ ਆਪ ਹੀ ਹੈ। ਉਸ ਨੂੰ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਵਾਹੋ ਵਾਹੋ ਕਾ ਵੱਡਾ ਤਮਾਸਾ, ਆਪੇ ਹਸੈ ਆਪ ਹੀ ਚਿਤਵੈ, ਆਪੇ ਚੰਦ ਸੂਰ ਪ੍ਰਗਾਸਾ। ਆਪੇ ਜਾਲ ਆਪੇ ਥਲ ਥੰਮਣ, ਆਪੇ ਕੀਆ ਘਟ ਘਟ ਬਾਸਾ। ਆਪੇ ਨਾਰ ਆਪੇ ਫੁਣ ਨਾਰੀ, ਆਪੇ ਸਾਰ ਆਪ ਹੀ ਪਾਸਾ। ਗੁਰਮੁਖ ਸੰਗਤ ਸਭੈ ਵਿਚਾਰਹੁ, ਵਾਹੋ ਵਾਹੋ ਕਾ ਵੱਡਾ ਤਮਾਸ਼ਾ। ਇਹ ਵਾਹਿਗੁਰੂ ਦਾ ਵੱਡਾ ਹੀ ਤਮਾਸ਼ਾ ਹੈ, ਅਚਰਜ ਹੀ ਖੇਡ ਹੈ। ਸਾਰਾ ਕੁਝ ਆਪ ਹੀ ਰਚਿਆ, ਆਪ ਹੀ ਪੈਦਾ ਕੀਤਾ, ਆਪ ਹੀ ਗਿਆਨ ਦੇਣ ਵਾਲਾ, ਆਪ ਹੀ ਗਿਆਨ ਲੈਣ ਵਾਲਾ, ਆਪ ਹੀ ਗਿਆਨ ਕਥਨ ਕਰਨ ਵਾਲਾ। ਸਾਰਾ ਕੁਝ ਆਪ ਹੀ ਆਪ ਹੈ, ਕਿਉਂਕਿ ਸਭ ਪਾਸੇ ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਤਾਂ ਮਹਾਰਾਜ ਸਾਹਿਬ ਜੀ ਨੇ ਆਖਿਆ, ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਉਹ ਅਨਕ ਭਾਂਤ ਹੋ ਕੇ ਆਪ ਹੀ ਪਸਰਿਆ ਹੋਇਆ। ਇਸੇ ਨੂੰ ਭਗਤਾਂ ਨੇ ਆਪਣੀ ਦ੍ਰਿਸ਼ਟੀ ਦੇ ਨਾਲ ਜਦੋਂ ਵੇਖਿਆ, ਬ੍ਰਹਮ ਦ੍ਰਿਸ਼ਟੀ ਦੇ ਨਾਲ, ਤੇ ਉਹਨਾਂ ਨੇ ਕਹਿ ਦਿੱਤਾ,
ਸਭੈ ਘਟ ਰਾਮ ਬੋਲੇ, ਰਾਮਾ ਬੋਲੇ। ਰਾਮ ਬਿਨਾ ਕੋ ਬੋਲੇ ਰੇ, ਏਕਲ ਮਾਟੀ ਕੁੰਜਰ ਚੀਟੀ, ਭਾਂਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਸਾਰਿਆਂ ਘਟਾਂ ਵਿੱਚ ਆਖਿਆ ਸਰਬ ਵਿਆਪਕੋ ਰਾਮ ਹੀ ਸਮਾਇਆ ਹੋਇਆ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਓਤ ਪੋਤ ਪ੍ਰਭੂ ਆਪ ਹੀ ਹੈ ਤਾਣੇ ਪੇਟੇ ਦੀ ਤਰ੍ਹਾਂ। ਇੱਕ ਤਾਣਾ ਹੁੰਦਾ ਵਾ ਸਿੱਧਾ ਧਾਗਾ, ਦੂਸਰਾ ਜਿਹੜਾ ਵਾ ਉਹ ਫਿਰ ਪੇਟਾ ਹੁੰਦਾ। ਜਿਵੇਂ ਆ ਸਾਡਾ ਕੱਪੜਾ ਵਾ, ਇਹ ਵੀ ਦੋਵਾਂ ਪਾਸਿਆਂ ਦੇ, ਇੱਕ ਪਾਸੇ ਤਾਣਾ ਇੱਕ ਪਾਸੇ ਪੇਟਾ, ਤੇ ਤਾਂ ਹੀ ਬੁਣਿਆ ਜਾਂਦਾ। ਦਰੀਆਂ ਚਾਦਰਾਂ ਕੋਈ ਵੀ ਕੱਪੜਾ, ਇਹ ਤਾਣਾ ਪੇਟੇ ਦੀ ਸਾਂਝ ਆ। ਤੋ ਇਸ ਤਰ੍ਹਾਂ ਪਰਮੇਸ਼ਰ ਦੀ ਸਾਂਝ ਹੈ ਸਾਰਿਆਂ ਦੇ ਨਾਲ। ਉਹ ਸਾਰਿਆਂ ਦੇ ਵਿੱਚ ਹੀ ਓਤ ਪੋਤ ਪ੍ਰਭ ਸੋਈ। ਇੱਕੋ ਹੀ ਸੂਤ ਜਿਵੇਂ ਸੈਂਕੜੇ ਹਜ਼ਾਰਾਂ ਮਣਕਿਆਂ ਦੇ ਵਿੱਚ ਦੀ ਲੰਘਿਆ ਹੁੰਦਾ ਹੈ, ਇਸੇ ਤਰ੍ਹਾਂ ਸਾਰੇ ਜੀਵਾਂ ਜੰਤੂਆਂ ਦੇ ਵਿੱਚ ਉਹ ਜੋਤੀ ਸਰੂਪ ਆਪ ਹੀ ਵਿਆਪਕ ਹੈ। ਤਾਂ ਮਹਾਰਾਜ ਸਾਹਿਬ ਕਹਿੰਦੇ ਭਾਈ ਇਹ ਗਿਆਨ ਨੂੰ ਬੋਲਣ ਵਾਲਾ ਵੀ, ਜਿੱਥੇ ਕੋਈ ਗਿਆਨ ਨੂੰ ਕਥਨ ਕਰਦਾ ਹੈ, ਕਥਾ ਹੁੰਦੀ ਹੈ, ਉਹ ਕਥਾ ਵਾਲੇ ਦੇ ਵਿੱਚ ਵੀ ਆਪ ਹੀ ਬੋਲਦਾ, ਤੇ ਸੁਣਨ ਵਾਲੇ ਸਰੋਤੇ ਦੇ ਵਿੱਚ ਵੀ ਆਪ ਹੀ ਬੁੱਝਦਾ ਹੈ ਉਸ ਨੂੰ। ਬੋਲਣ ਵਾਲਾ ਵੀ ਆਪ ਹੀ ਹੈ। ਤਾਂ ਹੀ ਆਖਿਆ ਨਾ ਮਹਾਰਾਜ ਸਾਹਿਬ ਜੀ ਨੇ, ਇਹ ਗਰੀਬ ਨਵਾਜ ਸਾਹਿਬ ਨੇ ਆਪ ਬਚਨ ਉਚਾਰਨ ਕਰਕੇ ਤੇ ਸਾਨੂੰ ਸੰਸਾਰੀ ਜੀਵਾਂ ਨੂੰ ਸਿੱਖਿਆ ਦਿੱਤੀ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ। ਮਹਾਰਾਜ ਸਾਹਿਬ ਨੂੰ ਆਖਿਆ, ਮਹਾਰਾਜ ਤੁਸੀਂ ਇਹ ਕੀ ਬੋਲ ਰਹੇ ਹੋ? ਸਤਿਗੁਰੂ ਕਹਿੰਦੇ ਮੈਂ ਆਪ ਨਹੀਂ ਬੋਲ ਰਿਹਾ, ਇਹ ਮਾਲਕ ਜਿਵੇਂ ਬੁਲਾਉਂਦਾ ਉਸੇ ਤਰ੍ਹਾਂ ਬੋਲਦੇ। ਇਹ ਬਾਣੀ ਮਹਾਰਾਜ ਤੁਸੀਂ ਕੈਸੀ ਉਚਾਰਨ ਕੀਤੀ ਹੈ? ਕੋਈ ਤੁਸੀਂ ਸ਼ਰਾਪ ਤਾਂ ਨਹੀਂ ਦੇ ਰਹੇ ਹੋ? ਸਤਿਗੁਰੂ ਕਹਿੰਦੇ ਨਹੀਂ, ਇਹ ਤਾਂ ਮਾਲਕ ਦੀ ਖਸਮ ਦੀ ਬਾਣੀ ਜਿਸ ਤਰ੍ਹਾਂ ਆ ਰਹੀ ਹੈ ਭਾਈ ਲਾਲੋ, ਉਸੇ ਤਰ੍ਹਾਂ ਵਿਚਾਰ ਕਰ। ਇਹ ਮਾਲਕ ਹੀ ਬੁਲਾ ਰਿਹਾ, ਜਿਵੇਂ ਉਹ ਬੁਲਾ ਰਿਹਾ ਉਂਝ ਬੋਲਦੇ। ਸਤਿਗੁਰਾਂ ਨੇ ਕਈ ਵਾਰੀ ਐਸੇ ਬਚਨ ਕਹੇ। ਗਰੀਬ ਨਵਾਜ ਕਹਿੰਦੇ, ਹਉ ਆਪਹੁ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਕਹਿੰਦੇ ਆਪਣੇ ਆਪ ਤਾਂ ਮੈਂ ਬੋਲਣਾ ਹੀ ਨਹੀਂ ਜਾਣਦਾ, ਇਹ ਸਭ ਕੁਝ ਹੁਕਮ ਦੇ ਵਿੱਚ ਹੀ ਹੋ ਰਿਹਾ, ਪ੍ਰਭੂ ਬੁਲਾ ਰਿਹਾ। ਫਿਰ ਗਰੀਬ ਨਵਾਜ ਸਾਹਿਬ ਜੀ ਨੇ ਐਸਾ ਵੀ ਬਚਨ ਕੀਤਾ। ਮਹਾਰਾਜ ਸਾਹਿਬ ਜੀ ਕਹਿੰਦੇ, ਬੇਸੁਮਾਰ ਅਥਾਹ ਅਗਣਤ ਅਤੋਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਆਖਿਆ ਅਸੀਂ ਤੇ ਪ੍ਰਭੂ ਦੇ ਦਾਸ ਹਾਂ, ਤੇ ਉਹ ਪ੍ਰਭੂ ਜਿਵੇਂ ਬੁਲਾਉਂਦਾ ਹੈ ਦਾਸ ਉਸੇ ਤਰ੍ਹਾਂ ਬੋਲਦਾ। ਤਾਂ ਬੋਲਣ ਵਾਲੇ ਦੇ ਵਿੱਚ ਵੀ ਉਹ ਪ੍ਰਭੂ ਦੀ ਜੋਤ ਹੈ, ਬਖਤੇ ਦੇ ਵਿੱਚ ਵੀ, ਤੇ ਬਖਤੇ ਦੁਆਰਾ ਜੋ ਗਿਆਨ ਬੋਲਿਆ ਜਾਂਦਾ ਹੈ, ਕਥਾ ਕਰਨ ਵਾਲੇ ਦੁਆਰਾ ਜੋ ਗਿਆਨ ਦਾ ਕਥਨ ਕੀਤਾ ਜਾਂਦਾ ਹੈ, ਉਹ ਵੀ ਪਰਮੇਸ਼ਰ ਵਾਹਿਗੁਰੂ ਜੀ ਦੀ ਚੇਤਨ ਸੱਤਾ ਨਾਲ ਹੀ ਬੋਲਿਆ ਜਾਂਦਾ। ਗਿਆਨੋਂ ਬੋਲੇ ਮਾਰੇ ਕਹਿੰਦੇ ਉਹ ਪ੍ਰਭੂ ਆਪ ਹੀ ਬੋਲ ਰਿਹਾ ਹੈ ਕਥਨ ਕਰਨ ਵਾਲੇ ਦੇ ਵਿੱਚ, ਆਪੇ ਬੂਝੈ। ਤੇ ਜਿਹੜਾ ਸੁਣਨ ਵਾਲਾ ਹੈ ਸਰੋਤਾ, ਸੁਣਨ ਵਾਲੇ ਨੂੰ ਸਰੋਤਾ ਆਖਿਆ ਹੈ, ਤੇ ਸਰੋਤੇ ਵਿੱਚ ਬੁੱਝਣ ਵਾਲਾ ਵੀ ਆਪ ਹੀ ਹੈ, ਉਹ ਆਪ ਹੀ ਹੈ ਪਰਮੇਸ਼ਰ। ਜਿਸ ਤੋਂ ਬੁਲਾਉਣਾ ਚਾਹੁੰਦਾ ਹੈ ਉਹ ਚੰਗੇ ਬੋਲ ਬੁਲਾ ਦਿੰਦਾ ਹੈ, ਜਿਸ ਨੂੰ ਸਮਝ ਸੋਝੀ ਦੇਣੀ ਚਾਹੁੰਦਾ ਹੈ ਉਸ ਨੂੰ ਆਪਣੀ ਸੰਗਤ ਵਿੱਚ ਬਿਠਾ ਲੈਂਦਾ ਹੈ, ਉਹ ਸੁਣ ਲੈਂਦਾ ਹੈ, ਉਹਦੇ ਕੋਈ ਹਿਰਦੇ ਵਿੱਚ ਬਚਨ ਵਸ ਜਾਂਦਾ ਹੈ। ਤੇ ਜੇ ਨਹੀਂ ਸੁਣਾਉਣਾ ਚਾਹੁੰਦਾ ਉਹ ਖਿਆਲ ਹੀ ਕੋਈ ਐਸਾ ਪੈਦਾ ਹੋ ਜਾਂਦਾ ਹੈ, ਉਹਨੂੰ ਚੰਗੇ ਨਹੀਂ ਲੱਗਦੇ, ਉਹ ਬੋਲ ਉੱਠ ਕੇ ਚਲੇ ਜਾਂਦਾ। ਜਿਸ ਨੂੰ ਆਪਣਾ ਸਮਝ ਸੋਝੀ ਦੇਣੀ ਹੁੰਦੀ ਹੈ ਉਹਦੇ ਤੋਂ ਆਪ ਹੀ ਚੰਗੇ ਬੋਲ ਬੁਲਾਉਂਦਾ ਹੈ, ਆਪ ਹੀ ਸਰਵਣ ਕਰਵਾਉਂਦਾ ਹੈ। ਇਸ ਕਰਕੇ ਬੋਲਣ ਵਾਲੇ ਵਿੱਚ ਵੀ ਆਪ ਹੀ ਬੋਲਦਾ ਹੈ ਤੇ ਬੁੱਝਣ ਵਾਲੇ ਵਿੱਚ ਵੀ ਆਪ ਹੀ ਬੁੱਝਦਾ ਹੈ। ਗਿਆਨੋਂ ਬੋਲੇ ਮਾਰੇ ਕਹਿੰਦੇ ਬੋਲਦਾ ਵੀ ਉਹ ਆਪ ਹੀ ਹੈ, ਕਿਉਂਕਿ ਉਹਦੇ ਤੋਂ ਬਿਨਾਂ ਤੇ ਇੱਕ ਅੱਖਰ ਨਹੀਂ ਬੋਲਿਆ ਜਾ ਸਕਦਾ। ਜਦੋਂ ਉਹਨੇ ਨਹੀਂ ਨਾ ਹੋਣਾ ਵਿੱਚ, ਉਦੋਂ ਕੁਝ ਵੀ ਨਹੀਂ ਹੋਣਾ। ਜਦੋਂ ਪ੍ਰਭੂ ਦੀ ਜੋਤ ਵਿੱਚੋਂ ਸੱਤਾ ਨਿਕਲ ਗਈ, ਫਿਰ ਕੋਈ ਬੋਲ ਸਕਦਾ, ਫਿਰ ਕੋਈ ਸੁਣ ਸਕਦਾ। ਸਰੀਰ ਉਹੀ ਹੋਊਗਾ, ਚਾਰ ਜਾਣੇ ਚੁੱਕਣਗੇ, ਫਿਰ
ਚੌਹਾਂ ਤੋਂ ਵੀ ਭਾਰੀ ਹੋ ਜਾਂਦਾ ਕਈ ਵਾਰੀ, ਫਿਰ ਨਹੀਂ ਕੁਝ ਬੋਲਿਆ ਜਾਂਦਾ। ਇਸ ਕਰਕੇ ਆਖਿਆ ਮਹਾਰਾਜ ਨੇ, ਜਦ ਆਪਣੀ ਜੋਤ ਖਿੰਚੈ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ। ਕੋਈ ਵੇਖਿਆ ਵਖਿਆਨ ਕਰਦਾ, ਜਦੋਂ ਜੋਤ ਵਿੱਚੋਂ ਖਿੱਚ ਲੈਂਦਾ ਨਾ, ਉਹ ਜੋਤ ਹੀ ਬੋਲਦੀ ਆ, ਜੋਤ ਹੀ ਵੇਖਦੀ ਆ, ਜੋਤ ਹੀ ਸੁਣਦੀ ਆ। ਉਹਨੂੰ ਜੋਤ ਕਹਿ ਲਓ ਜਾਂ ਪ੍ਰਭੂ ਦੀ ਸੱਤਿਆ ਕਹਿ ਲਓ, ਉਹਦੀ ਸ਼ਕਤੀ ਕਹਿ ਲਓ। ਤਾਂ ਮਹਾਰਾਜ ਸਾਹਿਬ ਕਹਿੰਦੇ ਉਹ ਆਪ ਹੀ ਬੋਲਣ ਵਾਲੇ ਵਿੱਚ ਗਿਆਨ ਨੂੰ ਬੋਲਦਾ ਹੈ, ਆਪ ਹੀ ਸੁਣਨ ਵਾਲੇ ਦੇ ਵਿੱਚ ਉਹ ਬੁੱਝਦਾ ਹੈ। ਭਾਵ ਬਖਤੇ ਵਿੱਚ ਵੀ ਆਪ ਹੀ ਹੈ ਤੇ ਸਰੋਤੇ ਵਿੱਚ ਵੀ ਆਪ ਹੀ ਹੈ। ਆਪੇ ਸਮਝੈ, ਆਪ ਹੀ ਫਿਰ ਉਹਨੂੰ ਸਮਝਣ ਵਾਲਾ ਹੈ। ਆਪੇ ਸੂਝੈ, ਆਪ ਹੀ ਫਿਰ ਉਹ ਸੋਝੀ ਰੂਪ ਹੋ ਕੇ ਉਹ ਸੋਝੀ ਵੀ ਆਪ ਹੀ ਦਿੰਦਾ ਹੈ। ਇਸ ਕਰਕੇ ਸੋਝੀ ਵੀ ਆਪ ਹੀ ਦੇਣ ਵਾਲਾ ਹੈ। ਪਤਾ ਨਹੀਂ ਉਹਨੇ ਕਿਹਨੂੰ ਸੋਝੀ ਦੇ ਦੇਣੀ, ਸੁੱਤੇ ਨੂੰ ਵੀ ਦੇ ਦਿੰਦਾ ਸੋਝੀ। ਕਈ ਵਾਰੀ ਜਾਗਦਾ ਬੰਦਾ ਜਿਹੜਾ ਨਾ, ਉਹ ਸੋਝੀ ਤੋਂ ਹੀਣਾ ਵੀ ਰਹਿ ਜਾਂਦਾ। ਪਤਾ ਨਹੀਂ ਉਹਨੇ ਜਾਗਦੇ ਨੂੰ ਸੋਝੀ ਦੇਣੀ ਕਿ ਸੁੱਤੇ ਨੂੰ ਸੋਝੀ ਦੇਣੀ। ਪਤਾ ਨਹੀਂ ਜਿਹੜਾ ਸੰਗਤ ਵਿੱਚ ਆਇਆ ਉਹਨੂੰ ਸੋਝੀ ਦੇਣੀ, ਤੇ ਜਿਹੜਾ ਨਹੀਂ ਵੀ ਆਇਆ ਉਹਨੂੰ ਵੀ, ਜਿਹੜਾ ਇੱਕ ਵਾਰੀ ਆਇਆ ਕਈ ਵਾਰੀ ਉਹਨੂੰ ਵੀ ਦੇ ਦਿੰਦਾ। ਕਈ ਵਾਰੀ ਜਿਹੜਾ ਰੋਜ਼ ਆਉਂਦਾ ਉਹ ਖਾਲੀ ਵੀ ਰਹਿ ਜਾਂਦਾ। ਇਹ ਤਾਂ ਉਹਦੀ ਮੌਜ ਹੈ ਆਪਣੀ, ਕਿਹਨੂੰ ਉਹਨੇ ਸੋਝੀ ਦੇਣੀ। ਮਹਾਰਾਜ ਸਾਹਿਬ ਕਹਿੰਦੇ ਨਾਨਕ ਦਾਤੀ ਸਾਹਿਬ ਸੰਧੀਆ ਕਿਆ ਚੱਲੇ ਤਿਸ ਨਾਲ। ਇਹ ਦਾਤਾਂ ਤੇ ਸਾਹਿਬ ਦੀਆਂ ਉਹਦੇ ਨਾਲ ਕੀ ਜ਼ੋਰ ਚੱਲ ਸਕਦਾ, ਕੀ ਚਾਰਾ ਚੱਲ ਸਕਦਾ। ਇੱਕ ਜਾ ਗੰਦੇ ਨਾ ਲਹਿਨ, ਇੱਕ ਨਾ ਸੁੱਤਿਆਂ ਦੇ ਉਠਾਲ। ਇੱਕ ਨਾ ਨੂੰ ਸੁੱਤਿਆਂ ਨੂੰ ਹੀ ਕਹਿੰਦਾ ਉੱਠੋ ਤੇ ਲਓ ਦਾਤਾ, ਸੁੱਤਿਆਂ ਨੂੰ ਹੀ ਦਾਤਾ ਦੇ ਦਿੰਦਾ। ਚੇਤਾ ਵੀ ਨਹੀਂ ਹੁੰਦਾ ਉਹਨਾਂ ਨੂੰ ਕਿ ਸਾਨੂੰ ਆ ਦਾਤ ਮਿਲਣੀ। ਇਸ ਕਰਕੇ ਆਪ ਹੀ ਸਮਝਣ ਵਾਲਾ ਹੈ ਤੇ ਆਪ ਹੀ ਸੂਝੈ, ਇਹਦੀ ਕਮਾਈ ਕਰਨ ਵਾਲਾ ਹੈ। ਗੁਰ ਕਾ ਰਹਿਆ ਅੰਗ ਸਮਾਵੈ। ਪਰ ਵਿਸ਼ੇਸ਼ ਕਰਕੇ ਪ੍ਰਭੂ ਗੁਰੂ ਦੇ ਵਿੱਚ ਦੀ ਆਪਣਾ ਉਪਦੇਸ਼ ਦਿੰਦੇ ਆ। ਪ੍ਰਭੂ ਜੀ ਦਾ ਬੋਲ ਜਿਹੜਾ ਹੈ ਨਾ, ਪ੍ਰਭੂ ਜੀ ਦਾ ਗਿਆਨ, ਉਹ ਗੁਰੂ ਸਾਹਿਬ ਜੀ ਦੀ ਰਚਨਾ ਦੁਆਰਾ ਆਉਂਦਾ। ਗੁਰ ਕਾ ਕਹਿਆ, ਇਸ ਕਰਕੇ ਜੋ ਗੁਰੂ ਸਾਹਿਬ ਜੀ ਨੇ ਕਹਿਆ ਹੈ, ਜੋ ਉਪਦੇਸ਼ ਦਿੱਤਾ ਹੈ, ਗੁਰੂ ਸਾਹਿਬ ਜੀ ਦਾ ਕਿਹਾ ਹੋਇਆ ਉਪਦੇਸ਼, ਮਹਾਰਾਜ ਕਹਿੰਦੇ ਵੀ ਜੀਵ ਦੇ ਅੰਕ ਸਮਾਵੈ। ਅੰਕ ਨਾਮ ਹਿਰਦੇ ਦਾ ਹੈ, ਜੀਵ ਦੇ ਹਿਰਦੇ ਵਿੱਚ ਸਮਾ ਜਾਵੇ। ਜੋ ਗੁਰੂ ਸਾਹਿਬ ਜੀ ਨੇ ਆਪਣੀ ਰਚਨਾ ਤੋਂ ਉਪਦੇਸ਼ ਦਿੱਤਾ ਹੈ, ਉਹ ਜੀਵ ਦੇ, ਜਗਿਆਸੂ ਦੇ, ਮਨੁੱਖ ਦੇ ਹਿਰਦੇ ਤੇ ਕੱਪੜ ਜਾਵੇ, ਹਿਰਦੇ 'ਚ ਸਮਾ ਜਾਵੇ। ਹਿਰਦੇ 'ਚ ਤਾਂ ਸਮਾਵੇਗਾ, ਪਹਿਲੋਂ ਸ਼ਰਧਾ ਭਾਵਨਾ ਦੇ ਨਾਲ ਸੁਣੇਗਾ, ਸੁਣਨ ਤੋਂ ਬਾਅਦ ਸ਼ਰਧਾ ਭਾਵਨਾ ਨਾਲ ਮੰਨੇਗਾ, ਤੇ ਮੰਨਣ ਤੋਂ ਬਾਅਦ ਫਿਰ ਉਹਦੀ ਕਮਾਈ ਕਰੇਗਾ। ਤੋ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਗੁਰ ਕਾ ਕਹਿਆ ਅੰਕ ਸਮਾਵੈ। ਜਦੋਂ ਗੁਰੂ ਸਾਹਿਬ ਜੀ ਦਾ ਆਖਿਆ ਹੋਇਆ ਉਪਦੇਸ਼, ਉਚਾਰਨ ਕੀਤਾ ਹੋਇਆ ਉਪਦੇਸ਼ ਹਿਰਦੇ ਤੇ ਕੱਪੜ ਜਾਵੇਗਾ, ਹਿਰਦੇ 'ਚ ਸਮਾ ਜਾਵੇਗਾ। ਨਿਰਮਲ ਸੂਚੇ ਸੱਚ ਭਾਵੈ। ਤੇ ਫਿਰ ਜਿਨ੍ਹਾਂ ਦੇ ਹਿਰਦੇ ਵਿੱਚ ਸਮਾ ਗਿਆ ਨਾ ਗੁਰੂ ਸਾਹਿਬ ਜੀ ਦਾ ਉਪਦੇਸ਼, ਉਹ ਨਿਰਮਲ ਹੋ ਗਏ। ਮਲ ਨਾਮ ਹੈ ਮੈਲ ਦਾ, ਨਿਰ ਨਾਮ ਹੈ ਰਹਿਤ ਦਾ। ਨਿਰ ਗੁਰਬਾਣੀ ਵਿੱਚ ਬਹੁਤ ਵਾਰੀ ਇਹ ਪਾਦ ਆਉਂਦਾ, ਜਿਵੇਂ ਮੂਲ ਮੰਤਰ ਵਿੱਚ ਹੀ ਨੇਰ ਭਉ, ਨੇਰ ਵੈਰ। ਹੁਣ ਵੈਰ ਤੋਂ ਤੇ ਭਉ ਤੋਂ ਅਗੇਤਰ ਲੱਗਾ ਨੇਰ, ਤੇ ਨਿਰ ਦਾ ਭਾਵ ਆ ਰਹਿਤ। ਨੇਰ ਭਉ ਡਰ ਤੋਂ ਰਹਿਤ, ਜਿਹਨੂੰ ਕੋਈ ਡਰ ਨਹੀਂ। ਨੇਰ ਵੈਰ, ਜਿਸ ਨੂੰ ਕੋਈ ਵੈਰ ਨਹੀਂ, ਜਿਹੜਾ ਕਿਸੇ ਨਾਲ ਕੋਈ ਵੈਰ ਨਹੀਂ ਕਰਦਾ। ਇੱਥੇ ਆ ਨਿਰਮਲ, ਪਾਠ ਤਾਂ ਇਕੱਠਾ ਹੀ ਆ, ਨਿਰ ਭਉ ਨਿਰ ਵੈਰ, ਪਰ ਅਰਥ ਵਾਸਤੇ ਨਿਰ ਵੱਖਰਾ ਕਰਨਾ ਪੈਂਦਾ ਨਾ। ਇਸੇ ਤਰ੍ਹਾਂ ਇੱਥੇ ਵੀ ਨਿਰਮਲ ਇਕੱਠਾ ਹੀ ਆ। ਨਿਰਮਲ ਦਾ ਅਰਥ ਹੈ ਪਵਿੱਤਰ, ਤੇ ਜੇ ਵੱਖਰਾ ਵੱਖਰਾ ਕਰਕੇ ਵੇਖੀਏ ਫਿਰ ਇਸ ਤਰ੍ਹਾਂ ਹੁੰਦਾ ਨਿਰ ਮਲ, ਵੀ ਮਲ ਮੈਨੇ ਮੈਲ ਵਾ ਤੇ ਨਿਰ ਮੈਨੇ ਆ ਮੈਲ ਤੋਂ ਰਹਿਤ। ਭਾਵ ਸਾਫ, ਭਾਵ ਪਵਿੱਤਰ, ਸ਼ੁੱਧ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਜਿਸ ਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਵਸ ਜਾਂਦਾ ਨਾ, ਫਿਰ ਉਹਦੀ ਮੈਲ ਦੂਰ ਹੋ ਜਾਂਦੀ ਹੈ, ਉਹ ਨਿਰਮਲ ਹੋ ਜਾਂਦਾ। ਸੂਚੇ, ਫਿਰ ਉਹ ਜੀਵ ਸੁੱਚੇ ਹੋ ਜਾਂਦੇ ਆ। ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਸੁੱਚੇ ਕੌਣ ਵਾ? ਮਹਾਰਾਜ ਕਹਿੰਦੇ ਇਸ਼ਨਾਨ ਕਰਨਾ ਜ਼ਰੂਰੀ ਆ। ਇਹ ਨਹੀਂ ਵੀ ਇਸ਼ਨਾਨ ਨਹੀਂ ਕਰਨਾ,
ਪਰ ਇਸ਼ਨਾਨ ਕਰਨ ਤੋਂ ਬਾਅਦ ਨਾਮ ਜਪਣਾ ਹੋਰ ਜ਼ਿਆਦਾ ਜ਼ਰੂਰੀ ਹੈ। ਇਸ਼ਨਾਨ ਕੀਤਾ ਤਾਂ ਸਫਲਾ ਹੋਣਾ, ਜੇ ਇਸ਼ਨਾਨ ਕਰਕੇ ਫਿਰ ਗੁਰਬਾਣੀ ਪੜ੍ਹੀ ਜਾਵੇ, ਗੁਰਬਾਣੀ ਸੁਣੀ ਜਾਵੇ, ਨਾਮ ਜਪਿਆ ਜਾਵੇ, ਤਾਂ ਉਹ ਇਸ਼ਨਾਨ ਬਣਦਾ। ਨਹੀਂ ਤੇ ਰਹਿ ਗਿਆ ਕੱਲਾ ਨਹਾਉਣਾ ਹੀ, ਨਹੀਂ ਤੇ ਕੱਲਾ ਪਿੰਡਾ ਹੀ ਧੋਤਾ ਗਿਆ। ਹਿਰਦਾ ਫਿਰ ਸਾਫ਼ ਹੋਣਾ ਵਾ ਜਦੋਂ ਇਸ਼ਨਾਨ ਕਰਨ ਤੋਂ ਬਾਅਦ ਜੀਵ ਨਾਮ ਬਾਣੀ ਦਾ ਅਭਿਆਸ ਕਰੇਗਾ। ਤਾਂ ਹੀ ਆਖਿਆ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਇਸ਼ਨਾਨ ਜ਼ਰੂਰੀ ਆ, ਪਰ ਇਸ਼ਨਾਨ ਤੋਂ ਬਾਅਦ ਨਾਮ ਜ਼ਰੂਰੀ ਆ। ਇਸ਼ਨਾਨ ਇਸੇ ਕਰਕੇ ਕੀਤਾ ਕਿ ਨਾਮ ਜਪਣ ਵਾਸਤੇ, ਬਾਣੀ ਪੜ੍ਹਨ ਵਾਸਤੇ, ਗੁਰਬਾਣੀ ਸੁਣਨ ਵਾਸਤੇ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਫਿਰ ਮਹਾਰਾਜ ਕਹਿੰਦੇ ਮਨ ਤੇ ਤਨ ਅਰੋਗ ਹੋ ਜਾਣਗੇ। ਅਰੋਗ ਤੋਂ ਭਾਵ ਰੋਗ ਤੋਂ ਰਹਿਤ ਹੋ ਜਾਣਗੇ, ਵੀ ਤੰਦਰੁਸਤ ਹੋ ਜਾਣਗੇ। ਇਹਦਾ ਭਾਵ ਹੋਇਆ ਵੀ ਪਹਿਲਾਂ ਗੁਰੂ ਸਾਹਿਬ ਕਹਿੰਦੇ ਆ ਵੀ ਰੋਗੀ ਆ ਤੇਰਾ ਤਨ ਵੀ ਤੇ ਮਨ ਵੀ। ਤੰਦਰੁਸਤ ਤੇ ਤਾਂ ਹੀ ਕਿਹਾ ਜਾਂਦਾ ਨਾ ਵੀ ਤੂੰ ਭਾਈ ਤੰਦਰੁਸਤ ਹੋ ਜਾਵੇਂਗਾ। ਫਿਰ ਇਹਦਾ ਭਾਵ ਪਹਿਲਾਂ ਬਿਮਾਰ ਵਾ, ਪਹਿਲਾਂ ਰੋਗ ਵਾਲਾ ਵਾ। ਸਤਿਗੁਰੂ ਕਹਿੰਦੇ ਵੀ ਤੂੰ ਰੋਗੀ ਆ, ਤੇਰਾ ਤਨ ਵੀ ਰੋਗੀ ਆ, ਤੇਰਾ ਮਨ ਵੀ ਰੋਗੀ ਆ, ਸਰੀਰ ਵੀ ਬਿਮਾਰ ਵਾ, ਮਨ ਵੀ ਬਿਮਾਰ ਆ। ਪਰ ਜਦੋਂ ਇਸ਼ਨਾਨ ਕਰਕੇ ਸਿਮਰਨ ਕਰੇਗਾ ਫਿਰ ਤਨ ਦੇ ਰੋਗ ਵੀ ਦੂਰ ਹੋ ਜਾਣਗੇ, ਮਨ ਦੇ ਰੋਗ ਵੀ ਦੂਰ ਹੋ ਜਾਣਗੇ। ਤਨ ਬਿਮਾਰ ਹੋਵੇ ਤੇ ਰੋਟੀ ਚੰਗੀ ਨਹੀਂ ਲੱਗਦੀ, ਪਾਣੀ ਚੰਗਾ ਨਹੀਂ ਲੱਗਦਾ। ਪ੍ਰਸ਼ਾਦਾ ਛਕਦਾ ਤੇ ਕਹਿੰਦਾ ਵੀ ਪ੍ਰਸ਼ਾਦਾ ਕੌੜਾ ਜਿਹਾ ਲੱਗਦਾ, ਦਾਲ ਭਾਜੀ ਕਹਿੰਦਾ ਕੌੜੀ ਜਿਹੀ ਲੱਗਦੀ ਹੈ। ਬਾਕੀ ਘਰ ਵਾਲੇ ਕਹਿੰਦੇ ਵੀ ਅਸੀਂ ਵੀ ਇਹੋ ਹੀ ਖਾਧੀ ਆ ਸਾਰਿਆਂ ਨੇ, ਤੈਨੂੰ ਕੌੜੀ ਕਾਹਤੋਂ ਲੱਗਦੀ? ਉਹ ਕਹਿੰਦੇ ਨਹੀਂ ਤੈਨੂੰ ਬੁਖਾਰ ਚੜਿਆ ਹੋਇਆ ਵਾ, ਤਾਂ ਕਰਕੇ ਤੇਰੇ ਮੂੰਹ ਦਾ ਸਵਾਦ ਬਦਲਿਆ, ਤਾਂ ਤੈਨੂੰ ਇਹ ਪ੍ਰਸ਼ਾਦਾ ਕੌੜਾ ਲੱਗਦਾ। ਕਹਿੰਦਾ ਮੈਂ ਤੇ ਪਾਣੀ ਪੀਣਾ, ਮੈਨੂੰ ਤੇ ਪਾਣੀ ਵੀ ਕੌੜਾ ਲੱਗਦਾ। ਕਹਿੰਦੇ ਪਾਣੀ ਨਹੀਂ ਕੌੜਾ, ਤੇਰਾ ਮੂੰਹ ਹੀ ਕੌੜਾ ਹੋਇਆ ਪਿਆ ਵਾ। ਸਰੀਰ ਬਿਮਾਰ ਹੋਵੇ ਤੇ ਭੋਜਨ ਸਵਾਦ ਨਹੀਂ ਲੱਗਦਾ, ਮਨ ਬਿਮਾਰ ਹੋਵੇ ਤੇ ਭਜਨ ਚੰਗਾ ਨਹੀਂ ਲੱਗਦਾ। ਭਜਨ 'ਚ ਮਨ ਨਹੀਂ ਲੱਗਦਾ, ਬਾਣੀ ਪੜ੍ਹਨ 'ਚ ਮਨ ਨਹੀਂ ਲੱਗਦਾ, ਹੋਰ ਸੱਜੇ ਖੱਬੇ ਗੱਲਾਂ ਬਾਤਾਂ 'ਚ ਲੱਗਦਾ, ਕਿਉਂਕਿ ਮਨ ਬਿਮਾਰ ਆ। ਸਰੀਰ ਹੋਵੇ ਤੰਦਰੁਸਤ ਤੇ ਜਿੰਨੀ ਭੁੱਖ ਲੱਗੀ ਉਹਦੇ ਨਾਲੋਂ ਵੀ ਇੱਕ ਦੋ ਵੱਧ ਹੀ ਛਕ ਲੈਂਦਾ, ਤੇ ਮਨ ਹੋਵੇ ਤੰਦਰੁਸਤ ਤੇ ਫਿਰ ਭਜਨ ਕਰਨ ਨੂੰ ਵੀ ਵੱਧ ਜੀ ਕਰਦਾ, ਗੁਰਬਾਣੀ ਪੜ੍ਹਨ ਨੂੰ ਵੀ ਵੱਧ, ਫਿਰ ਵੱਧ ਗੁਰਬਾਣੀ ਦਾ ਨਾਮ ਦਾ ਅਭਿਆਸ ਕਰਦਾ ਜੀ। ਤੇ ਤਨ ਤੇ ਮਨ ਤੰਦਰੁਸਤ ਕਦੋਂ ਹੋਣੇ ਆ? ਤੰਦਰੁਸਤ ਵੀ ਨਾਮ ਨਹੀਂ ਕਰਨੇ ਆ। ਮਹਾਰਾਜ ਨੇ ਆਖਿਆ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਮਨ ਤੇ ਤਨ ਦੋਵੇਂ ਰੋਗ ਤੋਂ ਰਹਿਤ ਹੋ ਜਾਣਗੇ, ਤੰਦਰੁਸਤ ਹੋ ਜਾਣਗੇ। ਸਰੀਰ ਵੀ ਤੰਦਰੁਸਤ ਹੋ ਜਾਵੇਗਾ, ਮਨ ਵੀ ਤੰਦਰੁਸਤ ਹੋ ਜਾਵੇਗਾ। ਕੋਟ ਬਿਗਨ ਲਾਥੇ ਪ੍ਰਭ ਸਰਨਾ, ਕਰੋੜਾ ਬਿਗਨ ਲੱਥ ਜਾਣਗੇ ਜਦੋਂ ਫਿਰ ਪ੍ਰਭੂ ਦੀ ਸ਼ਰਨ ਵਿੱਚ ਆਵੇਗਾ। ਪ੍ਰਗਟੇ ਭਲੇ ਸੰਜੋਗਾ, ਫਿਰ ਸੁੱਚਾ ਹੋ ਜਾਵੇਗਾ। ਸੁੱਚਾ ਕੱਲਾ ਤਨ ਨੂੰ ਹੀ ਨਹੀਂ ਕਰਨਾ, ਸਤਿਗੁਰੂ ਕਹਿੰਦੇ ਮਨ ਨੂੰ ਕਰਨਾ, ਕਿਉਂਕਿ ਮੈਲ ਜਿਆਦੀ ਤਨ ਨੂੰ ਨਹੀਂ ਲੱਗੀ, ਮੈਲ ਜਿਆਦੀ ਮਨ ਨੂੰ ਲੱਗੀ ਆ। ਹਰੇਕ ਜੀਵ ਆਪਣੇ ਤਨ ਦਾ ਫਿਕਰ ਜ਼ਿਆਦਾ ਕਰਦਾ, ਮਹਾਰਾਜ ਕਹਿੰਦੇ ਮਨ ਦਾ ਘੱਟ ਹੀ ਕਰਦਾ ਕੋਈ। ਸਰੀਰ ਦੀ ਮੈਲ ਦਾ ਫਿਕਰ ਸਾਰੇ ਕਰਦੇ ਆ, ਕੱਪੜਿਆਂ ਦੀ ਮੈਲ ਦਾ ਫਿਕਰ ਸਾਰੇ ਕਰਦੇ ਆ। ਰੋਜ਼ ਇਸ਼ਨਾਨ ਕਰਨ ਤੋਂ ਬਾਅਦ ਧੋਤੇ ਪ੍ਰੈਸ ਕੀਤੇ ਕੱਪੜੇ ਪਾਏ ਜਾਂਦੇ ਆ, ਕਹਿੰਦਾ ਵੀ ਵੱਟ ਕੋਈ ਨਾ ਪਵੇ ਵਿੱਚ। ਪਰ ਮਹਾਰਾਜ ਸਾਹਿਬ ਕਹਿੰਦੇ ਵੀ ਵੱਟ ਇਕੱਲੇ ਕੱਪੜਿਆਂ ਦੇ ਕੱਢੇਗਾ ਕਿ ਮਨ ਦੇ ਵੀ ਕੱਢੇਗਾ? ਵੀ ਵੱਟ ਇਕੱਲੇ ਕੱਪੜਿਆਂ ਨੂੰ ਹੀ ਥੋੜਾ ਪੈਂਦੇ ਆ, ਮਨ ਦੇ ਵਿੱਚ ਵੀ ਕਿੰਨੇ ਵੱਟ ਪਏ ਹੋਏ। ਫਰੀਦਾ ਮਨ ਮੈਦਾਨ ਕਰ, ਮੈਦਾਨ ਕਹਿੰਦੇ ਪੱਧਰੇ ਨੂੰ, ਵੀ ਮਨ ਨੂੰ ਇਹਦੇ ਵੱਟ ਕੱਢ ਕੇ ਨਾ, ਟੋਏ ਟਿੱਬੇ ਇਹਦੇ ਚੋਂ ਕੱਢ ਕੇ ਇਹਨੂੰ ਪੱਧਰਾ ਕਰ, ਸਾਫ਼, ਇਹਨੂੰ ਸਾਫ਼ ਕਰ, ਪੱਧਰਾ ਕਰ। ਇਹਦੇ ਵਿੱਚ ਬਹੁਤ ਛਲ ਕਪਟ ਦੇ, ਝੂਠ ਨਿੰਦਿਆ ਚੁਗਲੀ ਈਰਖਾ ਵਕੀਲੀ ਦੇ ਵੱਟ ਹੀ ਪਏ ਹੋਏ ਆ, ਟੋਏ ਟਿੱਬੇ ਆ ਇਹਦੇ 'ਚ। ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ,
ਅੱਗੇ ਮੂਲ ਨਾ ਆਵਸੀ ਦੋਜਕ ਸੰਧੀ ਭਾਹੇ। ਸੰਧੀ ਕਹਿੰਦੇ ਦੀ, ਭਾਹੇ ਕਹਿੰਦੇ ਅੱਗ, ਦੋਜਕ ਕਹਿੰਦੇ ਨਰਕਾਂ ਨੂੰ। ਜੇ ਮਨ ਨੂੰ, ਹਿਰਦੇ ਨੂੰ ਸਾਫ਼ ਕਰੇਗਾ, ਟੋਏ ਟਿੱਬੇ ਲਾਵੇਂਗਾ, ਤੇ ਫਿਰ ਨਰਕਾਂ ਦੀ ਅੱਗ ਨਹੀਂ ਤੇਰੇ ਅੱਗੇ ਆਵੇਗੀ, ਫਿਰ ਨਰਕਾਂ ਦੀ ਅੱਗ ਵਿੱਚ ਨਹੀਂ ਤੈਨੂੰ ਪੈਣਾ ਪਵੇਗਾ। ਇਸ ਕਰਕੇ ਮੈਲ ਕੱਪੜਿਆਂ ਨੂੰ ਲੱਗਦੀ ਹੈ ਤੇ ਇਨਸਾਨ ਰੋਜ਼ ਧੋ ਲੈਂਦਾ ਹੈ। ਮੈਲ ਤਨ ਨੂੰ ਲੱਗਦੀ ਹੈ ਤੇ ਇਸ਼ਨਾਨ ਕਰਕੇ ਲਾਹ ਲਈ ਜਾਂਦੀ ਹੈ। ਪਰ ਜਿਹੜੀ ਮਨ ਨੂੰ ਮੈਲ ਲੱਗੀ ਹੈ ਤਾਂ ਕਈਆਂ ਜਨਮਾਂ ਦੀ ਲੱਗੀ ਹੈ, ਕਿਉਂਕਿ ਕਈਆਂ ਜਨਮਾਂ ਵਿੱਚ ਤਨ ਬਦਲ ਜਾਂਦਾ ਰਿਹਾ, ਪਰ ਮਨ ਤਾਂ ਉਹੀ ਤੁਰਿਆ ਆਉਂਦਾ। ਇਸ ਕਰਕੇ ਗੁਰੂ ਜੀ ਨੇ ਆਖਿਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਇਹ ਸ਼ਾਹ ਕਾਲਾ ਹੋਇਆ ਪਿਆ, ਕਿਤੇ ਇੱਕ ਜਨਮ ਦਾ ਹੀ ਥੋੜਾ ਮੈਲਾ ਮਨ, ਕਈ ਜਨਮ ਹੋ ਗਏ ਇਸ ਨੂੰ, ਕਈਆਂ ਜਨਮਾਂ ਦਾ ਮੈਲਾ ਹੀ ਤੁਰਿਆ ਆਉਂਦਾ। ਇਨਸਾਨ ਨੇ ਤਨ ਦੀ ਮੈਲ ਹੀ ਲਾਈ ਆ, ਕੱਪੜਿਆਂ ਦੀ ਮੈਲ ਹੀ ਲਾਈ ਆ, ਮਨ ਦੀ ਮੈਲ ਲਾਉਣ ਦਾ ਯਤਨ ਹੀ ਨਹੀਂ ਮਾਰੇ ਕਹਿੰਦੇ ਕਰਦਾ। ਫਿਰ ਸਿੱਖਾਂ ਨੇ ਪੁੱਛਿਆ ਵੀ ਸਤਿਗੁਰੂ ਜੀ ਮਨ ਦੀ ਮੈਲ ਕਿਵੇਂ ਲੱਥੇਗੀ, ਕਿਰਪਾ ਕਰਕੇ ਦੱਸੋ। ਤਨ ਦੀ ਮੈਲ ਤਾਂ ਅਸੀਂ ਪਾਣੀ ਨਾਲ ਲਾਹ ਲੈਂਦੇ, ਕੱਪੜਿਆਂ ਨੂੰ ਲੱਗੀ ਮੈਲ ਨਾਲ ਸਾਬਣ ਮਲ ਲਈਦਾ ਵਾ ਤੇ ਲਾਹ ਲੈਂਦੇ ਆ, ਤੇ ਤੁਸੀਂ ਕਿਰਪਾ ਕਰਕੇ ਦੱਸੋ ਜਿਹੜੀ ਮਨ ਨੂੰ ਮੈਲ ਲੱਗੀ ਆ, ਜਿਹੜੀ ਬੁੱਧੀ ਨੂੰ ਮੈਲ ਲੱਗੀ, ਇਹ ਕਿਵੇਂ ਲੱਥੇਗੀ। ਸਤਿਗੁਰੂ ਕਹਿੰਦੇ ਨਾਮ ਨਹੀਂ ਲਾਉਣੀ ਆ। ਜਦੋਂ ਨਾਮ ਨੂੰ ਜਪੋਗੇ, ਜਦੋਂ ਗੁਰਬਾਣੀ ਨੂੰ ਪੜ੍ਹੋਗੇ, ਗੁਰਬਾਣੀ ਦਾ ਅਭਿਆਸ ਕਰੋਗੇ, ਪਹਿਲਾਂ ਇਸ ਨਾਮ ਨੇ, ਬਾਣੀ ਨੇ ਮਨ ਦੀ ਮੈਲ ਲਾਉਣੀ ਆ, ਤੇ ਫਿਰ ਨਾਮ ਨੇ ਮਨ ਵਿੱਚ ਹੀ ਟਿਕ ਜਾਣਾ। ਭਰੀਐ ਹੱਥ ਪੈਰ ਤਨ ਦੇਹ, ਮੈਲ ਨਾਲ ਭਰੇ ਹੋਏ ਆ ਹੱਥ ਪੈਰ ਤੇ ਸਾਰਾ ਸਰੀਰ। ਪਾਣੀ ਧੋਤਾ ਉੱਤਰ ਸੋ ਖੇਹ, ਉਹ ਖੇਹ ਸਾਰੀ ਉਤਰ ਜਾਂਦੀ ਪਾਣੀ ਨਾਲ ਧੋ ਕੇ। ਕੱਪੜਾ ਮੈਲਾ ਹੋਇਆ, ਪਲੀਤ ਹੋਇਆ, ਬਹੁਤੇ ਮੈਲੇ ਨੂੰ ਪਲੀਤ ਕਹਿੰਦੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਪਰ ਪਾਪਾਂ ਦੀ ਜਿਹੜੀ ਮੈਲ ਹੈ ਉਹ ਮਤ ਨੂੰ ਲੱਗੀ ਹੈ, ਉਹ ਬੁੱਧੀ ਨੂੰ ਲੱਗੀ, ਉਹ ਮਨ ਨੂੰ ਲੱਗੀ ਹੋਈ ਹੈ। ਪਾਪ ਤਨ ਨਾਲ ਕੀਤੇ, ਮੈਲ ਮਨ ਤੇ ਲੱਗ ਗਈ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਰੰਗ ਕਹਿੰਦੇ ਪ੍ਰੇਮ ਨੂੰ। ਜਦੋਂ ਨਾਮ ਨਾਲ ਪ੍ਰੇਮ ਕਰਕੇ ਨਾਮ ਨੂੰ ਜਪਾਂਗੇ ਨਾ, ਤੇ ਫਿਰ ਇਸ ਨਾਮ ਨੇ ਮਨ ਦੀ ਮੈਲ ਲਾਉਣੀ ਹੈ। ਤੇ ਜਿਵੇਂ ਜਿਵੇਂ ਮਨ ਦੀ ਮੈਲ ਲੱਥੇਗੀ, ਮਨ ਹੋਵੇਗਾ ਸ਼ੁੱਧ ਪਵਿੱਤਰ, ਤੇ ਫਿਰ ਸੁੱਚੇ ਪਵਿੱਤਰ ਮਨ ਨੂੰ ਫਿਰ ਸੱਚਾ ਨਾਮ ਚੰਗਾ ਲੱਗਣ ਲੱਗ ਪੈਣਾ। ਜਿੰਨਾ ਮਨ ਮੈਲਾ ਹੈ, ਜਿੰਨੀ ਮਨ ਦੇ ਉੱਤੇ ਪਾਪਾਂ ਦੀ ਮੈਲ ਵਧੇਰੇ ਲੱਗੀ ਹੈ, ਸਤਿਗੁਰੂ ਕਹਿੰਦੇ ਪਾਪੀ ਮਨ ਨੂੰ, ਮੈਲੇ ਮਨ ਨੂੰ ਭਗਤੀ ਚੰਗੀ ਨਹੀਂ ਲੱਗਦੀ, ਨਾਮ ਚੰਗਾ ਨਹੀਂ ਲੱਗਦਾ। ਜਿਵੇਂ ਬਿਮਾਰ ਆਦਮੀ ਨੂੰ ਰੋਟੀ ਪਾਣੀ ਚੰਗਾ ਨਹੀਂ ਲੱਗਦਾ, ਇਸੇ ਤਰ੍ਹਾਂ ਮੈਲੇ ਮਨ ਨੂੰ ਵਾਹਿਗੁਰੂ ਜੀ ਦਾ ਨਾਮ ਨਹੀਂ ਪਾਉਂਦਾ। ਇਹ ਮਨ ਦੀ ਐਸੀ ਹਾਲਤ ਹੈ। ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਮਾਖੀ ਚੰਦਨ ਪਰ ਹਰੈ, ਜਹ ਬਿਗੰਧ ਤਹ ਜਾਏ। ਜਿਵੇਂ ਮੱਖੀ ਚੰਦਨ ਦੀ ਸੁਗੰਧੀ ਛੱਡ ਕੇ ਪਰੇ ਹੋ ਜਾਂਦੀ ਹੈ, ਜਿੱਥੇ ਦੁਰਗੰਧੀ ਹੈ, ਗੰਦਗੀ ਹੈ, ਉੱਥੇ ਜਾ ਕੇ ਬੈਠਦੀ ਹੈ, ਇਸੇ ਤਰ੍ਹਾਂ ਮੈਲੇ ਮਨ ਦੀ ਹਾਲਤ ਹੈ। ਇਹ ਸਤ ਸੰਗਤ ਛੱਡ ਕੇ ਕੁਸੰਗਤ ਵਿੱਚ ਜਾ ਕੇ ਬੈਠਦਾ। ਪਰ ਮੈਲਾ ਮਨ ਪਵਿੱਤਰ ਹੋ ਸਕਦਾ ਹੈ ਜਿਸ ਵੇਲੇ ਸੰਗਤ ਵਿੱਚ ਆਵੇ, ਜਿਸ ਵੇਲੇ ਨਾਮ ਬਾਣੀ ਦਾ ਅਭਿਆਸ ਕਰੇ। ਨਾਮ ਨੇ ਪਹਿਲਾਂ ਮਨ ਨੂੰ ਪਵਿੱਤਰ ਕਰਨਾ ਹੈ, ਤੇ ਜਿਵੇਂ ਜਿਵੇਂ ਮਨ ਦੀ ਮੈਲ ਲੈਂਦੀ ਗਈ, ਮਨ ਸੁੱਚਾ ਹੋ ਗਿਆ, ਮਨ ਨਿਰਮਲ ਹੋ ਗਿਆ, ਤੇ ਫਿਰ ਕੀ ਹੋਵੇਗਾ? ਨਿਰਮਲ ਸੂਚੇ ਸਾਚੋ ਭਾਵੈ। ਫਿਰ ਸੁੱਚੇ ਜੀਵ ਨੂੰ, ਜਿਸ ਦਾ ਹਿਰਦਾ ਸੁੱਚਾ ਹੋ ਗਿਆ, ਜਿਸ ਦਾ ਅੰਤਸ਼ਕਰਨ ਨਿਰਮਲ ਹੋ ਗਿਆ, ਉਸ ਨੂੰ ਫਿਰ ਸੱਚਾ ਪਰਮੇਸ਼ਰ ਚੰਗਾ ਲੱਗਣ ਲੱਗ ਪਵੇਗਾ। ਉਸ ਨੂੰ ਫਿਰ ਸੱਚਾ ਨਾਮ ਚੰਗਾ ਲੱਗਣ ਲੱਗ ਪਵੇਗਾ। ਸਾਚੋ ਭਾਵੈ, ਫਿਰ ਭਾਵੇਗਾ ਸੱਚਾ ਨਾਮ ਉਸ ਨੂੰ, ਫਿਰ ਸੱਚੇ ਨਾਮ ਦੇ ਨਾਲ ਜੁੜ ਜਾਵੇਗਾ। ਜਿਸ ਵੇਲੇ ਗੁਰੂ ਕਾ ਕਹਿਆ ਹੋਇਆ ਹਿਰਦੇ ਵਿੱਚ ਸਮਾ ਜਾਵੇ।
गुरु का कहया होया। भगत कबीर साहब जी ने आख्या भी सतगुरु सच्चे, सतगुरु जी का उपदेश सच्चा, सतगुरु जी का कहना सच्चा। फिर कमी कित्थे है? कहंदे सिख दे विच आ, गुरु विच नहीं है। गुरु की बाणी विच कमी कोई नहीं है, गुरु के बोल विच कोई कमी नहीं है, सिख दे विच ही कमी है। जिग्यासुओं ने पूछा भगत जी ये किवें? तां भगत कबीर साहब जी ने बचन उचारण किया, कबीर साचा सतगुर क्या करे, जो सिखा मह चूक। कहंदे भाई सतगुरु सच्चा, सतगुरां दा उपदेश सच्चा, पर सतगुरु सच्चा की कर सकदा है? सिखां दे विच ही चुक है, भुल सिख दे विच है। अंधे एक ना लागई, ज्यों बांस बजाईए फूक। कहंदे अज्ञानी अंधे जीव नूं एक भी सिੱਖਿਆ गुरु साहब दी नहीं लगदी। ਇਹਦੀ हालत हो गई जिवें बांस विच फूक मार के ਉਹ ਬੰਸਰੀ ਨੂੰ ਵਜਾਈਏ ना, ਤੇ ਉਹ फूक मारिए इधरों फूक मारिए ते उधरों निकल जाती है। इसे तरह ही ये अंदर धारण ही नहीं करता, ये सुनता जरूर है पर नालों नाल ही कढ़ दिंदा वा, छड्ड दिंदा नालों नाल ही, अंदर टिकाउंदा ही नहीं है। भगत कबीर साहब जी ने जदों गुरु धारण किया ना, श्री रामानंद जी उन्हां दे गुरु होए, भगत कबीर साहब जी, भगत रामानंद जी। तो उस मौके का इस तरह का सी रीति रिवाज कि नीवीं जाति वालियां नूं गुरमंत्र नहीं सी देंदे, नीवीं जात वालियां नूं अपना सिख नहीं सी बनाउंदे। हुण भगत कबीर साहब जी की भावना कि मैं गुरु धारण करना है, गुर सिक्ख्या दीख्या लैनी है, गुरु का उपदेश लेना, फिर नाम जपना है, गुरमंत्र लेना है। पर रामानंद जी ने देना नहीं, क्योंकि वो नीवीं जात वालियां नूं देंदे नहीं गए। फिर एक दिन की कीता, भाई गुरदास साहब जी दीआं वारां विच लिखिया, साध संगत जी, अमृत वेले जिथे गंगा दे इशनान करन जांदे हुंदे सी ना रामानंद जी, वो डंडी दे विच हनेरे लम्मे पै गए भगत कबीर साहब जी, जिथों दी वो रस्ता सी उन्हां दा जाण दा, उहदे च लम्मे पै गए। अमृत वेले जांदे सी, सवा पैर दे तड़के, जदों हनेरा हुंदा सी गंगा घाट ते जाके इशनान करदे हुंदे सी रामानंद जी, वो डंडी च जदों लम्मे पै गए, खड़ावां पाईयां होईयां रामानंद जी, वो जदों आए तुरदे तुरदे ते कबीर साहब दे विच वज्जिया उन्हां दा पैर। जदों विच वज्जिया उन्हां आख्या भी ये कोई इंसान लम्मा पिया। वो हर वेले नाम दा जप उन्हां दी रसना ते चलदा सी रामानंद जी दी। जदों वो ठुड्डा वज्जा ना कबीर साहब नूं, उन्हां आख्या कोई इंसान है ते मेरे तो गलती हो गई आ कि मैं उहदे उत्ते पैर रख दिता, ते रसना तो निकले आ। कहंदे राम के राम बोल, राम के राम बोल। ते भगत जी चुप करके उठ के चले गए, ते उदों ही शुरू कर दिता राम 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 राम। सिर्फ उन्होंने ने इस तरह जांदियां रस्ते विच ही ये गल कही, उन्होंने कहा बस बन गई गल, गुरमंत्र चाहिदा सी ते गुरु ने कह दिता भी राम के राम बोल। फिर इन्ना राम दा नाम दा अभ्यास किया भगत कबीर साहब जी ने कि राम दे प्रतख दर्शन हो गए। सर्व व्यापक अकाल पुरख वाहिगुरू जी दे प्रतख दर्शन होए, कई बारी होए। फिर तो इन्ना पवित्र हिरदा हो गया, भगत कबीर साहब जी कहिंदे भी लोग तां परमेश्वर नूं लभदे आ ते परमेश्वर मैनूं लभदा फिरदा। ये बचन उन्होंने अपनी रसना तो कहे। भगत दी भगवान दे नाल एक मिकता हो जाती है, पिता पुत्र वाली सांझ हुंदी आ, फिर ऐसे प्यार दे विच ऐसे बोल भगत कह देंदे। कबीर मन निर्मल भया, जैसा गंगा नीर, पाशै लागो हर फिरै, कहत कबीर कबीर। क्योंकि मन निर्मल ही इन्ना हो गया।
ਪਰ ਹੋਇਆ ਕਦੋਂ? ਜਦੋਂ ਗੁਰੂ ਸਾਹਿਬ ਜੀ ਦਾ ਕਿਹਾ ਹਿਰਦੇ ਵਿੱਚ ਸਮਾਇਆ। ਗੁਰ ਕਾ ਕਹਿਆ ਅੰਕ ਸਮਾਵੈ। ਜਦੋਂ ਅੰਕ ਵਿੱਚ ਸਮਾ ਗਿਆ ਨਾ, ਹਿਰਦੇ 'ਚ ਸਮਾ ਗਿਆ। ਨਿਰਮਲ ਸੂਚੇ ਸਾਚੋ ਭਾਵੈ। ਫਿਰ ਉਹ ਜੀਵ ਨਿਰਮਲ ਹੋ ਜਾਂਦੇ, ਸੁੱਚੇ ਹੋ ਜਾਂਦੇ, ਉਹਨਾਂ ਦਾ ਤਨ ਵੀ ਨਿਰਮਲ ਹੋ ਜਾਂਦਾ, ਮਨ ਵੀ ਨਿਰਮਲ ਹੋ ਜਾਂਦਾ, ਤੇ ਫਿਰ ਸੱਚੇ ਪ੍ਰਭੂ ਨੂੰ ਉਹ ਚੰਗੇ ਲੱਗਦੇ ਤੇ ਸੱਚਾ ਨਾਮ ਉਹਨਾਂ ਨੂੰ ਭਾਉਂਦਾ ਹੈ। ਫਿਰ ਕਬੀਰ ਸਾਹਿਬ ਜੀ ਨੇ ਇੰਨਾ ਅਭਿਆਸ ਕੀਤਾ, ਸਭ ਪਾਸੇ ਭਗਤ ਕਬੀਰ ਸਾਹਿਬ ਜੀ ਦੀ ਮਹਿਮਾ ਹੋ ਗਈ। ਪਰਮੇਸ਼ਰ ਨੇ ਭਗਤ ਕਬੀਰ ਸਾਹਿਬ ਜੀ ਦਾ ਜੱਗ ਵੀ ਸੰਪੂਰਨ ਕੀਤਾ, ਭੰਡਾਰਾ ਸੰਪੂਰਨ ਕੀਤਾ। ਜਿਹੜੇ ਹੋਰ ਰਾਮਾਨੰਦ ਜੀ ਦੇ ਚੇਲੇ ਸੀ ਨਾ, ਉਹਨਾਂ ਨੇ ਜਦੋਂ ਮਹਿਮਾ ਵੇਖੀ ਭਗਤ ਕਬੀਰ ਸਾਹਿਬ ਜੀ ਦੀ, ਉਹਨਾਂ ਨੇ ਆਖਿਆ ਗੁਰੂ ਜੀ ਇਹ ਕਬੀਰ ਸਾਹਿਬ ਨੂੰ ਤੁਸੀਂ ਦਿੱਤਾ ਵਾ ਨਾਮ, ਗੁਰਮੰਤਰ ਤੁਸੀਂ ਦਿੱਤਾ। ਕਹਿੰਦੇ ਵੀ ਇਹ ਗੱਲ ਤੁਸੀਂ ਕਿਉਂ ਕਹਿੰਦੇ ਹੋ? ਕਹਿੰਦੇ ਵੀ ਕਬੀਰ ਸਾਹਿਬ ਕਹਿੰਦੇ ਮੇਰੇ ਗੁਰੂ ਰਾਮਾਨੰਦ ਜੀ ਆ। ਭਗਤ ਕਬੀਰ ਸਾਹਿਬ ਜੀ ਨੂੰ ਜਦੋਂ ਕੋਈ ਪੁੱਛਦਾ ਸੀ ਵੀ ਤੁਹਾਡੇ ਗੁਰੂ ਕੌਣ, ਉਹ ਕਹਿੰਦੇ ਮੇਰੇ ਗੁਰੂ ਰਾਮਾਨੰਦ ਜੀ। ਉਹ ਚੇਲਿਆਂ ਨੇ ਆਖਿਆ ਵੀ ਕਬੀਰ ਸਾਹਿਬ ਨੂੰ ਤੁਸੀਂ ਹੋਰ ਕੋਈ ਮੰਤਰ ਦਿੱਤਾ, ਸਾਨੂੰ ਹੋਰ ਦਿੱਤਾ। ਚੇਲੇ ਕਹਿੰਦੇ ਵੀ ਕਬੀਰ ਸਾਹਿਬ ਦੇ ਤੇ ਇੰਨੀ ਮਹਿਮਾ ਹੋ ਗਈ, ਉਹਨਾਂ ਦੀ ਐਡੀ ਉੱਚੀ ਅਵਸਥਾ ਹੋਈ। ਤੇ ਰਾਮਾਨੰਦ ਜੀ ਨੇ ਇੱਕ ਦਿਨ ਫਿਰ ਕਬੀਰ ਸਾਹਿਬ ਨੂੰ ਬੁਲਾ ਲਿਆ, ਬਾਕੀ ਚੇਲੇ ਵੀ ਪਾਸ ਬੈਠੇ। ਕਹਿੰਦੇ ਵੀ ਇਹ ਕਬੀਰ, ਮੈਂ ਤੈਨੂੰ ਗੁਰਮੰਤਰ ਕਦੋਂ ਦਿੱਤਾ ਭਾਈ? ਭਗਤ ਜੀ ਕਹਿੰਦੇ, ਭਗਤ ਕਬੀਰ ਸਾਹਿਬ ਜੀ ਕਹਿੰਦੇ ਗੁਰੂ ਜੀ ਇੱਕ ਦਿਨ ਦੀ ਗੱਲ ਚੇਤੇ ਕਰੋ, ਤੁਸੀਂ ਅੰਮ੍ਰਿਤ ਵੇਲੇ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾ ਰਹੇ ਸੀ ਤੇ ਤੁਹਾਡੇ ਰਸਤੇ ਵਿੱਚ ਮੈਂ ਲੰਮਾ ਪਿਆ ਸਾਂ ਤੇ ਤੁਹਾਡਾ ਪੈਰ ਵੱਜਾ ਸੀ ਮੇਰੇ ਸਰੀਰ ਦੇ ਨਾਲ, ਤੇ ਤੁਸੀਂ ਆਖਿਆ ਸੀ ਰਾਮ ਕੇ ਰਾਮ ਬੋਲ, ਤੇ ਉਦੋਂ ਹੀ ਮੈਨੂੰ ਤੁਹਾਡੇ ਕੋਲੋਂ ਗੁਰਮੰਤਰ ਮਿਲ ਗਿਆ ਸੀ। ਉਸੇ ਦਿਨ ਦਾ ਹੀ ਮੈਂ ਜਪਣਾ ਸ਼ੁਰੂ ਕਰ ਦਿੱਤਾ। ਤੇ ਰਾਮਾਨੰਦ ਜੀ ਨੇ ਘੁੱਟ ਕੇ ਭਗਤ ਕਬੀਰ ਸਾਹਿਬ ਨੂੰ ਗਲਵੱਕੜੀ ਵਿੱਚ ਲੈ ਲਿਆ, ਛਾਤੀ ਨਾਲ ਲਾ ਲਿਆ, ਤੇ ਬਾਕੀਆਂ ਨੂੰ ਆਖਿਆ ਓਏ ਤੁਸੀਂ ਉੱਚੀ ਜਾਤੀ ਦਾ ਮਾਣ ਤਾਂ ਕਰੀ ਜਾਂਦੇ ਹੋ, ਤੁਹਾਨੂੰ ਗੁਰਮੰਤਰ ਦਿੱਤਾ ਪਰ ਤੁਸੀਂ ਜਪਿਆ ਨਹੀਂ, ਤੁਸੀਂ ਅਭਿਆਸ ਨਹੀਂ ਕੀਤਾ। ਤੇ ਇਹ ਕਬੀਰ ਸਾਹਿਬ ਨੇ ਰਸਤੇ 'ਚ ਲੰਮਾ ਪੈ ਕਰਕੇ ਇਸ ਤਰੀਕੇ ਨਾਲ ਹੀ ਮੇਰੇ ਕੋਲੋਂ ਉਪਦੇਸ਼ ਲੈ ਲਿਆ ਤੇ ਇੰਨੀ ਕਮਾਈ ਕੀਤੀ ਆ, ਤੇ ਕਿੰਨੀ ਉੱਚੀ ਅਵਸਥਾ ਹੋ ਗਈ। ਤੁਸੀਂ ਵੀ ਅਭਿਆਸ ਕਰੋ, ਈਰਖਾ ਨਾ ਕਰੋ, ਅਭਿਆਸ ਕਰੋ, ਜਪ ਕਰੋ, ਤੇ ਤੁਸੀਂ ਵੀ ਨਿਰਮਲ ਹੋ ਜਾਓਗੇ, ਸੁੱਚੇ ਹੋ ਜਾਓਗੇ, ਤੁਹਾਨੂੰ ਵੀ ਸੱਚਾ ਨਾਮ ਤੁਹਾਡੇ ਵੀ ਹਿਰਦੇ ਵਿੱਚ ਵਸ ਜਾਵੇਗਾ। ਇਹ ਤਾਂ ਜਿੰਨੇ ਸਾਧ ਸੰਗਤ ਜੀ ਭਾਵਨਾ ਨਾਲ ਅਰਾਧਨਾ ਕੀਤੀ, ਭਾਵੇਂ ਰਸਤੇ 'ਚ ਲੰਮੇ ਪੈ ਕੇ ਹੀ ਨਾਮ ਲਿਆ, ਪਰ ਕਿੰਨਾ ਅਭਿਆਸ ਕੀਤਾ ਤੇ ਵਾਹਿਗੁਰੂ ਦੀ ਕਿਰਪਾ ਹੋਈ। ਭਗਤ ਕਬੀਰ ਸਾਹਿਬ ਜੀ ਨੂੰ ਐਸੀ ਬਰਕਤ ਪ੍ਰਾਪਤ ਹੋਈ। ਤਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਜਿਹਦੇ ਹਿਰਦੇ ਵਿੱਚ ਗੁਰੂ ਕਾ ਕਹਿਆ ਹੋਇਆ ਵਸ ਜਾਂਦਾ ਨਾ, ਉਹ ਫਿਰ ਉਹਦਾ ਹਿਰਦਾ ਸੁੱਚਾ ਹੋ ਜਾਂਦਾ, ਨਿਰਮਲ ਹੋ ਜਾਂਦਾ ਹੈ, ਤੇ ਸੱਚਾ ਨਾਮ ਉਹਨੂੰ ਚੰਗਾ ਲੱਗਦਾ। ਉਹ ਫਿਰ ਪੁਨ੍ਹਾ ਪੁਨ੍ਹਾ ਜਪਦਾ ਹੈ, ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਉਹ ਮਨ ਤਨ ਧਰਪੀਐ, ਵਾਲੀ ਦਾਤ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ। ਗੁਰ ਸਾਗਰ ਰਤਨੀ ਨਹੀਂ ਤੋਟ। ਜਗਤ ਗੁਰੂ ਜੀ ਕਹਿੰਦੇ ਆ ਗੁਰ ਸਾਗਰ, ਗੁਰੂ ਸਾਹਿਬ ਸਮੁੰਦਰ ਵਾ, ਤੇ ਸਮੁੰਦਰ ਵਿੱਚ ਰਤਨ ਹੁੰਦੇ ਆ। ਮਹਾਰਾਜ ਕਹਿੰਦੇ ਗੁਰੂ ਸਮੁੰਦਰ ਦੇ ਵਿੱਚ ਵੀ ਰਤਨ ਵਾ, ਤੇ ਰਤਨਾਂ ਦੀ ਕੋਈ ਤੋਟ ਨਹੀਂ ਹੈ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਾ ਹੈ ਨਹੀਂ ਦੂਰੇ। ਹੰਸ ਚੁਗਦੇ ਆ ਹੀਰੇ ਮੋਤੀਆਂ ਨੂੰ, ਤੇ ਇੱਥੇ ਸੰਤ ਜਨ ਚੁਗਦੇ ਆ ਇਹ ਰਤਨਾਂ। ਗੁਰੂ ਸਾਗਰ ਹੈ, ਰਤਨਾਂ ਦੀ ਤੋਟ ਕੋਈ ਨਹੀਂ, ਇਹ ਰਤਨਾਂ ਨਾਲ ਭਰਿਆ ਹੋਇਆ ਸਾਗਰ ਹੈ ਸਤਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਇੱਕ ਸਮੁੰਦਰ ਹਨ, ਇੱਕ ਸਾਗਰ ਹਨ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਇਹ ਬਹੁਤਾ ਹੀ ਭਰਿਆ ਹੋਇਆ ਸਾਗਰ ਹੈ। ਪਰ ਪ੍ਰਾਪਤ ਕਿਹਨਾਂ ਨੂੰ ਹੁੰਦੇ? ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ, ਗੁਰਬਾਣੀ ਲਾਗੇ ਤਿੰਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ, ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ। ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਮਹਾਰਾਜ ਕਹਿੰਦੇ ਗੁਰੂ ਸਾਗਰ ਹੈ, ਤੇ ਗੁਰੂ ਸਾਗਰ ਦੇ ਵਿੱਚ ਰਤਨਾਂ ਦੀ ਕੋਈ ਤੋਟ ਨਹੀਂ ਹੈ। ਇੱਥੇ ਰਤਨ ਵੈਰਾਗ ਆਦਿਕ ਸਾਰੇ ਸ਼ੁਭ ਗੁਣ ਹਨ। ਨਾਨਕ ਨਾਨਕ
ਸਮੁੰਦਰ ਦੇ ਵਿੱਚ ਲਾਲ ਵੀ ਹੈ, ਨਾਮ ਰੂਪੀ ਲਾਲ ਹੈ, ਪ੍ਰੇਮ ਰੂਪੀ ਲਾਲ ਹੈ। ਪਦਾਰਥ ਚਾਰੇ ਪਦਾਰਥ ਹਨ, ਧਰਮ ਅਰਥ ਕਾਮ ਮੋਕਸ਼। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੇ। ਫਿਰ ਗੁਰੂ ਕੀ ਸਾਧ ਸੰਗਤ ਦੀ ਸੇਵਾ ਚ ਲੱਗ ਜਾਵੇ ਜਿਹੜਾ ਚਾਰ ਪਦਾਰਥ ਮੰਗਦਾ ਹੈ। ਸਾਚ, ਸੱਚ ਦੀ ਪ੍ਰਾਪਤੀ ਵੀ ਇੱਥੋਂ ਹੁੰਦੀ ਹੈ। ਸੱਚੇ ਨਾਮ ਦੀ ਪ੍ਰਾਪਤੀ ਹੋਵੇਗੀ, ਸੱਚ ਦੀ ਪ੍ਰਾਪਤੀ ਹੋਵੇਗੀ। ਅਖੋਟ, ਇਹ ਅਖੁੱਟ ਖਜ਼ਾਨਾ ਹੈ, ਅਖੁੱਟ ਭੰਡਾਰਾ ਹੈ। ਅਖੋਟ ਭਾਵ ਅਮੁੱਕ ਹੈ, ਮੁੱਕਣ ਵਾਲਾ ਨਹੀਂ। ਇਹਦੇ ਵਿੱਚ ਕੋਈ ਘਾਟਾ ਕੋਈ ਤੋਟਾ ਨਹੀਂ ਆਵੇਗਾ। ਪੰਚਮ ਪਾਤਸ਼ਾਹ ਜੀ ਨੇ ਜਦੋਂ ਸ੍ਰੀ ਗੋਇੰਦਵਾਲ ਸਾਹਿਬ ਤੋਂ ਪਾਵਨ ਪੋਥੀਆਂ ਸਾਹਿਬ ਪਾਲਕੀ ਸਾਹਿਬ 'ਚ ਸੁਭਾਏਮਾਨ ਕਰਕੇ ਨੰਗੇ ਚਰਨੀ ਖੱਬੇ ਪਾਸੇ ਹੋ ਕੇ ਚੌਰ ਕਰਦਿਆਂ ਹੋਏ ਆ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਹੋਰ ਮਾਈ ਭਾਈ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਨਾ, ਸ੍ਰੀ ਖਡੂਰ ਸਾਹਿਬ ਦੇ ਥਾਣੀ, ਤਾਂ ਜਿੱਥੇ ਦੁੱਖ ਭੰਜਣੀ ਬੇਰੀ ਸਾਹਿਬ ਹੈ ਉੱਥੇ 68 ਘਾਟ ਉਸ ਥੜੇ ਦਾ ਨਾਮ ਹੈ। ਉੱਥੇ ਪਾਲਕੀ ਸਾਹਿਬ ਹੁਣ ਵੀ ਸੁਭਾਏਮਾਨ ਹੈ। ਉਹ ਪਾਲਕੀ ਸਾਹਿਬ ਇਸੇ ਕਰਕੇ ਉੱਥੇ ਬਣਾਈ ਗਈ। ਉਹਦਾ ਇਤਿਹਾਸ ਇਹ ਹੈ, ਉਸ ਥੜੇ ਉੱਤੇ ਜਾ ਕੇ ਪੰਚਮ ਪਾਤਸ਼ਾਹ ਨੇ ਪੋਥੀਆਂ ਸਾਹਿਬ ਵਾਲੀ ਪਾਲਕੀ ਸਾਹਿਬ ਸੁਭਾਏਮਾਨ ਕੀਤੀ ਸੀ। ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ ਵੀ ਸਾਰੀ ਰਾਤ ਚੌਰ ਕਰਨਾ ਹੈ ਪੋਥੀਆਂ ਸਾਹਿਬ ਦੇ ਉੱਤੇ, ਪਾਲਕੀ ਸਾਹਿਬ ਤੇ, ਤੇ ਸਾਰੀ ਰਾਤ ਇੱਥੇ ਕੀਰਤਨ ਕਰਨਾ। ਆਪ ਵਿੱਚ ਬੈਠੇ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਉੱਥੇ ਹੀ ਸ਼ਬਦ ਉਚਾਰਨ ਕੀਤਾ ਸੀ, ਪੋਥੀ ਪਰਮੇਸ਼ਰ ਕਾ ਥਾਂ। ਫਿਰ ਸਾਰੀ ਰਾਤ ਕੀਰਤਨ ਹੋਇਆ ਤੇ ਅਗਲੇ ਦਿਨ ਪੋਥੀਆਂ ਸਾਹਿਬ ਪਾਲਕੀ ਸਾਹਿਬ ਵਿੱਚ ਪ੍ਰਕਾਸ਼ਮਾਨ ਕਰਕੇ ਤੇ ਪੋਥੀਆਂ ਸਾਹਿਬ ਦੇ ਦਰਸ਼ਨ ਕੀਤੇ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਬਾਣੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ, ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਬਾਣੀ। ਜਦੋਂ ਬਾਣੀ ਦੇ ਦਰਸ਼ਨ ਹੋਏ ਨਾ ਤੇ ਮਹਾਰਾਜ ਕਹਿਣ ਲੱਗੇ, ਗੁਰਸਿੱਖੋ ਸਾਨੂੰ ਖਜ਼ਾਨਾ ਮਿਲ ਗਿਆ ਭਾਈ, ਖਜ਼ਾਨਾ। ਪੁਰਾਤਨ ਗੁਰਸਿੱਖ ਨਾ ਗੁਰਬਾਣੀ ਨੂੰ ਖਜ਼ਾਨਾ ਕਹਿੰਦੇ ਸਨ, ਖਜ਼ਾਨਾ। ਗੁਰਬਾਣੀ ਨਾਲੋਂ ਵੱਡਾ ਖਜ਼ਾਨਾ ਤੇ ਕੋਈ ਹੈ ਹੀ ਨਹੀਂ। ਗਾਤਰੇ ਪੋਥੀ ਸਾਹਿਬ ਪਾ ਕੇ ਰੱਖਦੇ ਸੀ, ਇੱਕ ਪਾਸੇ ਸ੍ਰੀ ਸਾਹਿਬ ਆ ਨਾ, ਦੂਸਰੇ ਪਾਸੇ ਪੋਥੀ ਸਾਹਿਬ ਨਾਲ ਹੋਣੀ ਗਾਤਰੇ, ਤੇ ਕਹਿਣਾ ਖਜ਼ਾਨੇ ਵਿੱਚ ਪੋਥੀ ਸਾਹਿਬ ਹੈ। ਇਹ ਖਜ਼ਾਨਾ ਹੈ, ਪੋਥੀ ਸਾਹਿਬ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ, ਗੁਰਸਿੱਖੋ ਖਜ਼ਾਨਾ ਮਿਲ ਗਿਆ ਵੀ, ਪਿਤਾ ਦਾ ਖਜ਼ਾਨਾ, ਦਾਦੇ ਦਾ ਖਜ਼ਾਨਾ, ਤੇ ਹੀਰਿਆਂ ਲਾਲਾਂ ਨਾਲ ਭਰਿਆ ਹੋਇਆ। ਫਿਰ ਉੱਥੇ ਸ਼ਬਦ ਉਚਾਰਨ ਕੀਤਾ ਸੀ ਗੌੜੀ ਰਾਗ ਦਾ ਮਹਾਰਾਜ ਸਾਹਿਬ ਜੀ ਨੇ, ਹਮ ਧਨਵੰਤ ਭਾਗਠ ਸੱਚ ਨਾਏ। ਅਸੀਂ ਧਨਵੰਤ ਹੋ ਗਏ, ਧਨਵਾਨ ਹੋ ਗਏ, ਅਮੀਰ ਹੋ ਗਏ, ਭਾਗਾਂ ਵਾਲੇ ਹੋ ਗਏ, ਵੱਡੇ ਹੀ ਸ਼ਾਹੂਕਾਰ ਬਣ ਗਏ। ਹਮ ਧਨਵੰਤ ਭਾਗਠ ਸੱਚ ਨਾਏ, ਹਰ ਗੁਣ ਗਾਵਹਿ ਸਹਿਜ ਸੁਭਾਏ, ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਪਿਤਾ ਦਾ, ਦਾਦੇ ਦਾ, ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਬਾਣੀ ਦਾ ਖਜ਼ਾਨਾ, ਸ੍ਰੀ ਗੁਰੂ ਅੰਗਦ ਦੇਵ ਸਾਹਿਬ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਖਜ਼ਾਨਾ। ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ। ਇਸ ਖਜ਼ਾਨੇ ਵਿੱਚ ਇਹੋ ਜਿਹੇ ਰਤਨ, ਅੰਮ੍ਰਿਤ ਬਾਣੀ ਦੇ ਸ਼ਬਦ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੁਆ ਸਮਾਓ। ਇਹਦੇ ਵਿੱਚ ਲਾਲ ਨਾਮ ਪ੍ਰੇਮ, ਜਿਨ੍ਹਾਂ ਦਾ ਮੁੱਲ ਹੀ ਨਹੀਂ ਕੋਈ ਦੱਸਿਆ ਜਾ ਸਕਦਾ, ਇਹ ਭਰਿਆ ਹੋਇਆ ਰਤਨਾਂ ਨਾਲ, ਲਾਲਾਂ ਦੇ ਨਾਲ ਇਹ ਖਜ਼ਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਆ ਖੂਟ ਆ ਤੋਲ, ਨਾ ਤੋਲਿਆ ਜਾ ਸਕਦਾ ਹੈ ਤੇ ਨਾ ਇਹ ਮੁੱਕਣ ਵਾਲਾ ਖਜ਼ਾਨਾ। ਭਰਿਆ ਹੀ ਹੋਇਆ, ਭੰਡਾਰੇ ਭਰੇ ਹੋਏ ਖਜ਼ਾਨੇ ਦੇ, ਭਰੇ ਭੰਡਾਰ ਆ ਫੂਟ ਆ ਤੋਲ। ਮਹਾਰਾਜ ਖਾਧਿਆਂ ਖਰਚਿਆਂ ਵੰਡਿਆਂ ਵਰਤਿਆਂ ਤੇ ਮੁੱਕ ਜਾਂਦਾ ਹੋਵੇਗਾ ਖਜ਼ਾਨਾ, ਸਾਰੇ ਦੁਨੀਆ ਦੇ ਖਜ਼ਾਨੇ ਮੁੱਕ ਜਾਂਦੇ। ਕਹਿੰਦੇ ਨਹੀਂ, ਇਹ ਖਜ਼ਾਨਾ ਇਹੋ ਜਿਹਾ, ਇਹਨੂੰ ਜਿੰਨਾ ਖਾਈਏ ਜਿੰਨਾ ਖਰਚੀਏ ਇਹ ਵਧਣ ਵਾਲਾ ਖਜ਼ਾਨਾ। ਭਰੇ ਭੰਡਾਰ ਆ ਖੂਟ ਆ ਤੋਲ, ਖਾਵਹਿ ਖਰਚਹਿ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਤੋਂ ਜਾਈਏ ਖਜ਼ਾਨਾ। ਜਿੰਨਾ ਖਾਓ ਜਿੰਨਾ ਖਰਚੋ, ਆਪ ਬਾਣੀ ਪੜੋ ਹੋਰਨਾਂ ਨੂੰ ਪੜਾਓ, ਆਪ ਨਾਮ ਜਪੋ ਹੋਰਨਾਂ ਨੂੰ ਜਪਾਓ, ਤੇ ਮਹਾਰਾਜ ਕਹਿੰਦੇ ਵਧੀ ਜਾਣ ਵਾਲਾ ਖਜ਼ਾਨਾ। ਤੋਟ ਨਾ ਆਵੇ ਵੱਧ ਤੋਂ ਜਾਈ। ਮਹਾਰਾਜ ਇਹਦੇ ਵਿੱਚ ਹਿੱਸੇਦਾਰੀ ਕਿਵੇਂ ਬਣੇਗੀ?
ਖਜ਼ਾਨੇ 'ਚ ਹਰ ਇੱਕ ਦਾ ਜੀ ਕਰਦਾ ਨਾ ਮੇਰੇ ਵੀ ਹਿੱਸੇਦਾਰੀ ਵਿੱਚ ਪੈ ਜੇ, ਥੋੜ੍ਹਾ ਜਿਹਾ ਮੈਨੂੰ ਵੀ ਮਿਲ ਹੀ ਜਾਵੇ, ਸਾਂਝੀਵਾਲ ਮੈਂ ਵੀ ਬਣ ਜਾਵਾਂ, ਵਿੱਚ ਭਾਈਵਾਲ ਬਣ ਜਾਵਾਂ ਇਸ ਖਜ਼ਾਨੇ ਦਾ। ਤੇ ਅਖੀਰਲੀਆਂ ਪੰਕਤੀਆਂ 'ਚ ਮਹਾਰਾਜ ਨੇ ਆਖਿਆ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਇਸ ਬਾਣੀ ਦੇ ਖਜ਼ਾਨੇ ਵਿੱਚ ਉਹਨੂੰ ਰਲਾ ਲਿਆ ਜਾਂਦਾ, ਪਿਆ ਜਾ ਤੂੰ ਵੀ ਇਸ ਬਾਣੀ ਦਾ, ਇਸ ਖਜ਼ਾਨੇ ਦਾ ਸਾਂਝੀਵਾਲ ਬਣ ਜਾ ਭਾਈ, ਹਿੱਸੇਦਾਰ ਤੇਰਾ ਵੀ ਹਿੱਸੇਦਾਰੀ ਵਿੱਚ ਪਾ ਲਈਏ, ਤੈਨੂੰ ਵੀ ਮਿਲ ਜਾਵੇਗਾ ਇਹ ਖਜ਼ਾਨਾ। ਪਰ ਕਿਹਨੂੰ ਮਿਲੇਗਾ? ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਜਿਹਦੇ ਮਸਤਕ ਦੇ ਉੱਤੇ, ਮੱਥੇ ਉੱਤੇ ਲੇਖ ਲਿਖੇ ਹੋਏ ਆ। ਤਾਂ ਮਹਾਰਾਜ ਕਹਿੰਦੇ ਲਾਲ ਪਦਾਰਥ ਸਾਚ ਅਖੋਟ, ਇਹ ਅਮੁੱਕ ਪਦਾਰਥ ਹਨ ਨਾਮ ਦੇ, ਪ੍ਰੇਮ ਦੇ, ਸ਼ੁਭ ਗੁਣਾਂ ਦੇ। ਜਗਤ ਗੁਰੂ ਜੀ ਕਹਿੰਦੇ ਭਾਈ, ਜੋ ਗੁਰੂ ਸਾਹਿਬ ਜੀ ਨੇ ਕਹਿਆ ਹੈ ਨਾ, ਉਪਦੇਸ਼ ਆਖਿਆ ਹੈ, ਸਾ ਉਸ ਉਪਦੇਸ਼ ਨੂੰ ਧਾਰਨ ਕਰਕੇ ਉਹ ਕਾਰ ਕਮਾਉਣਾ ਕਰੋ, ਜਿਹੜੀ ਕਾਰ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਆਖਿਆ ਹੈ। ਤੇ ਗੁਰੂ ਸਾਹਿਬ ਜੀ ਦੀ ਕਰਨੀ ਜਿਹੜੀ ਜੀਵਨੇ ਕਰਨੀ ਆ, ਭਗਤੀ ਰੂਪੀ ਕਰਨੀ, ਉਸ ਗੁਰੂ ਕੀ ਦੱਸੀ ਹੋਈ ਕਰਨੀ ਨੂੰ ਛੱਡ ਕਰਕੇ ਕਾਹੇ ਧਾਵੋ, ਕਾਹਦੇ ਵਾਸਤੇ ਧਾਵੋ, ਦੌੜ ਰਹੇ ਹੋ, ਭੱਜ ਰਹੇ ਹੋ? ਗੁਰੂ ਕੀ ਕਰਨੀ ਕਮਾਈ ਤੋਂ ਕਿਉਂ ਭੱਜ ਰਹੇ ਹੋ? ਭਗਤੀ ਰੂਪੀ ਨਾਮ ਰੂਪੀ ਜਿਹੜੀ ਕਮਾਈ ਕਰਨੀ ਆ, ਉਹਨੂੰ ਛੱਡ ਕਰਕੇ ਕਿਉਂ ਦੌੜ ਰਹੇ ਹੋ? ਜੋ ਗੁਰੂ ਸਾਹਿਬ ਜੀ ਨੇ ਆਖਿਆ ਉਸ ਕਾਰ ਨੂੰ, ਭਗਤੀ ਰੂਪੀ ਕਾਰ ਨੂੰ ਕਮਾਉਣਾ ਕਰੋ। ਗੁਰ ਕਹਿਆ ਸਾ ਕਾਰ ਕਮਾਵੋ, ਜੋ ਗੁਰੂ ਸਾਹਿਬ ਜੀ ਨੇ ਆਖਿਆ ਹੈ ਨਾ, ਉਹ ਕੰਮ ਕਰਨਾ ਕਰੋ ਭਾਈ, ਉਹ ਕਾਰ ਕਮਾਓ। ਗੁਰ ਕੀ ਕਰਨੀ, ਤੇ ਜੋ ਗੁਰੂ ਸਾਹਿਬ ਜੀ ਦੀ ਕਰਨੀ ਆ, ਉਹਨੂੰ ਲਾਂਭੇ ਛੱਡ ਕਰਕੇ, ਉਹਨੂੰ ਭੁਲਾ ਕਰਕੇ ਕਿਉਂ ਇੱਧਰ ਉੱਧਰ ਦੌੜ ਰਹੇ ਹੋ? ਗੁਰੂ ਸਾਹਿਬ ਜੀ ਦੀ ਕਿੰਨੀ ਵੱਡੀ ਕਰਨੀ ਆ, ਉਹਨੂੰ ਹਿਰਦੇ ਵਿੱਚ ਵਸਾਓ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੀ ਕਰਨੀ ਕਮਾਈ। ਗਰੀਬ ਨਵਾਜ ਸਾਹਿਬ ਜੀ ਆਪਣੇ ਪਰਿਵਾਰ ਨੂੰ ਛੱਡ ਕਰਕੇ ਇੱਥੋਂ ਸੁਲਤਾਨਪੁਰ ਲੋਧੀ ਦੀ ਧਰਤੀ, ਬਾਬਾ ਸ਼੍ਰੀ ਚੰਦ ਸਾਹਿਬ ਜੀ, ਬਾਬਾ ਲਖਮੀ ਦਾਸ ਸਾਹਿਬ ਜੀ, ਛੋਟੇ ਛੋਟੇ 3 ਸਾਲ ਦੀ ਉਮਰ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੀ ਹੈ, ਤੇ 1 ਸਾਲ ਦੀ ਉਮਰ ਬਾਬਾ ਲਖਮੀ ਦਾਸ ਸਾਹਿਬ ਜੀ ਦੀ ਆ, ਜਦੋਂ ਬਾਬਾ ਜੀ ਨੇ ਉਦਾਸੀਆਂ ਆਰੰਭ ਕੀਤੀਆਂ। 1554 ਬਿਕਰਮੀ ਸੰਮਤ, 28 ਸਾਲ ਦੀ ਸਰੀਰਕ ਆਰਬਲਾ ਦੇ ਵਿੱਚ ਚੜਿਆ ਸੋਧਣ ਧਰਤ ਲੁਕਾਈ। ਕੈਸੀ ਕਰਨੀ ਆ ਗੁਰੂ ਸਾਹਿਬ ਜੀ ਦੀ, ਪਰਿਵਾਰ ਦਾ ਮੋਹ ਛੱਡ ਕਰਕੇ, ਪਰਿਵਾਰ ਨੂੰ ਇੱਥੇ ਛੱਡ ਕੇ ਵੇਖੋ, 3 ਸਾਲ ਦਾ ਵੱਡਾ ਸਾਹਿਬਜ਼ਾਦਾ ਤੇ 1 ਸਾਲ ਦਾ ਛੋਟਾ ਸਾਹਿਬਜ਼ਾਦਾ, ਆਪਣੀ ਪਤਨੀ, ਪਰਿਵਾਰ, ਮਾਤਾ ਪਿਤਾ ਸਭ ਨੂੰ ਛੱਡ ਕਰਕੇ ਤੇ ਸੰਸਾਰ ਦੀ ਚਿੰਤਾ ਲੈ ਕਰਕੇ, ਸੰਸਾਰ ਦਾ ਫਿਕਰ ਹਿਰਦੇ 'ਚ ਲੈ ਕਰਕੇ, ਸੰਸਾਰ ਦਾ ਭਲਾ ਕਰਨ ਵਾਸਤੇ ਚੱਲੇ। ਏਡੀਆਂ ਏਡੀਆਂ ਵੱਡੀਆਂ ਕਰਨੀਆਂ ਸਤਿਗੁਰਾਂ ਦੀਆਂ, ਕਾਹਦੇ ਵਾਸਤੇ? ਵੀ ਸੰਸਾਰ ਦਾ ਭਲਾ ਹੋ ਜਾਵੇ, ਜਗਤ ਜਲੰਦਾ ਤਾਰਨ ਵਾਸਤੇ ਮਹਾਰਾਜ ਸਾਹਿਬ ਜੀ ਚੱਲੇ। ਉਹ ਗੁਰੂ ਸਾਹਿਬ ਜੀ ਦੀ ਕਰਨੀ ਕਮਾਈ ਨੂੰ ਛੱਡ ਕਰਕੇ ਭਾਈ ਭਾਰੇ ਉਪਕਾਰਾਂ ਨੂੰ ਛੱਡ ਕੇ ਕਿਉਂ ਇੱਧਰ ਉੱਧਰ ਦੌੜ ਰਹੇ ਹੋ? ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਕੈਸੀ ਕਰਨੀ ਹੈ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਕੈਸੀ ਕਰਨੀ ਹੈ, ਸਾਰੇ ਹੀ 10 ਗੁਰੂ ਸਾਹਿਬਾਂ ਦੀ, ਫਿਰ ਦਸਮੇਸ਼ ਪਾਤਸ਼ਾਹ ਦੀ ਕੈਸੀ ਕਰਨੀ ਹੈ। ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ, ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ, ਸਿੱਖੀ ਦੀ ਦਾਤ, 5 ਕਕਾਰੀ ਬਾਣਾ ਬਖਸ਼ਿਆ, ਤੇ ਆਪਣਾ ਸਾਰੇ ਦਾ ਸਾਰਾ ਪਰਿਵਾਰ ਹੀ ਸਾਡੇ ਤੋਂ ਕੁਰਬਾਨ ਕਰ ਦਿੱਤਾ। ਪਿਤਾ ਜੀ, ਮਾਤਾ ਜੀ, 4 ਸਾਹਿਬਜ਼ਾਦੇ, इन पुत्रन के शीस पर वार दिए सुत चार, चार मुए तो क्या हुआ जीवत 1,00,000। सानू अपने पुत्र पुत्रियां बनाया। ये गुरु की करनी कैसी, गुरु की करनी नू भुला के मारे कहंदे क्यों दौड़ रहे हो भाई? गुरु के परोपकारां नू हिरदे विच वसाओ। गुरु साहब जी ने दो दसी है करनी, भगती दी करनी करन वास्ते, नाम बाणी दा अभ्यास करन वास्ते, पंजां ककारां दी रहत रखण वास्ते, सेवा सिमरन करन वास्ते। वो गुरु साहब जी दी दसी होई करनी नू करन दी थां ते उहनूं त्याग के क्यों दौड़ रहे हो? इसे प्रकार इस पंक्ति दे उत्ते साध संगत जी जगत गुरु जी दे जीवन विचों ही पावन साखी आउंदी है। महाराज समुंदर ते जा रहे, धन श्री गुरु नानक देव साहब जी महाराज, भाई बाला जी, भाई मरदाना जी नाल ते
महाराज कहन लगे भी गुरसिखो वाहिगुरु वाहिगुरु कहंदे साडे पिछे तुरे आओ। ते समुंदर ते तुरे जा रहे महाराज, समुंदर दे उत्ते इस तरह जा रहे जिवें धरती ते तुरीदा, पानी दे उत्ते इस तरह महाराज साहब जा रहे। पिछे ही भाई मरदाना जी, नाल ही भाई बाला जी। ते जदों समुंदर दे वाहवा दूर चले गए ना विच, ते सतगुरु जी कहन लग पे सो हंग। मरदाना जी ने विचारिया भी महाराज सानू कहंदे वाहिगुरु वाहिगुरु कही आओ, ते आप सोहंग कहन लग पे। इस करके सोहंग दा जाप वड्डा होना वा, वाहिगुरु दा छोटा होना। इस करके भाई मरदाना जी भी कहन लग पे सोहंग। जदों इस तरह कहन लग पे तो पानी च थल्ले नूं जान लग पे, गोते खान लगे, डुबन लगे विच। महाराज ने पिछे वेख्या, कहन लगे मरदानिया कहो वाहिगुरु। फिर भाई मरदाना जी कहन लगे वाहिगुरु वाहिगुरु वाहिगुरु। फिर तो उस तरह समुद्र ते तुरन लग पे। उस वेले भी ये बचन महाराज ने फरमाए, कहन लगे गुर कहिया सा कार कमावो, जो गुरु साहब ने आख्या वो कार कमाओ। ये ना वेखो भी गुरु की करदा वा, गुर की करनी काहे धावो। गुरु की करनी वाले ना दौड़ो भी जो गुरु करदा वो करन दी रीस करिए। सुभावक ही आ, अज दा सिख भी कई बारी कह दिंदा भी असीं जी वो कुछ करते हैं जो साडे गुरु ने कीता वा, सिख वो नहीं कुछ कर सकदा। हाँ कुछ गल्लां महाराज ने अपने शरीर ते हंडा के लागू करके आख्या इस तरह करो, वो कोई कुछ वाह विचों गुण। पर गुरु अपने थां ते है, सिख अपने थां ते है। जो गुरु कर सकदा सिख वो कुछ नहीं कर सकदा। हुण कई वारी जे किते ने ਇਹਦਾ ਆਪਦਾ ਜੀ ਜੂ ਕਰਦਾ ਹੋਵੇ ਨਾ ਮਾਸ ਮੂਸ ਖਾਣ ਦਾ, ਤੇ ਫਿਰ ਕਹਿ ਦਿੰਦਾ ਵੀ ਸਾਡੇ ਗੁਰੂ ਸਾਹਿਬ ਵੀ ਤਾਂ ਸ਼ਿਕਾਰ ਕਰਦੇ ਹੀ ਰਹੇ ਆ ਨਾ। ਪਰ ਗੁਰੂ ਸਾਹਿਬ ਦਾ ਇਤਿਹਾਸ ਪੜ੍ਹੀਏ ਤੇ ਸਤਿਗੁਰੂ ਸਾਹਿਬ ਜੀ ਦੱਸ ਵੀ ਦਿੰਦੇ ਸੀ ਵੀ ਇਹਦਾ ਪਿਛਲਾ ਜਨਮ ਕੀ ਆ ਤੇ ਇਹਦਾ ਸ਼ਿਕਾਰ ਕਿਉਂ ਕੀਤਾ। ਭਾਈ ਸਹਿ ਦਾ ਸ਼ਿਕਾਰ ਕੀਤਾ ਤੇ ਸਿੱਖਾਂ ਪੁੱਛਿਆ ਮਾਰੇ ਸਹਿ ਨੂੰ ਕਿਉਂ ਮਾਰਿਆ। ਕਹਿਣ ਲੱਗੇ ਸਾਡਾ ਸਿੱਖ ਸੀ ਪਹਿਲੇ ਜਾਮੇ ਦਾ, ਇਹ ਮੂਲਾ ਖੱਤਰੀ ਆ, ਮੂਲਾ ਖੱਤਰੀ, ਇਹਦਾ ਤਾਂ ਸ਼ਿਕਾਰ ਅਸੀਂ ਕੀਤਾ। ਇਸੇ ਤਰ੍ਹਾਂ ਹੋਰ ਵੀ ਕਈਆਂ ਥਾਵਾਂ ਤੇ ਜ਼ਿਕਰ ਆਉਂਦਾ। ਮਹਾਰਾਜ ਸਾਹਿਬ ਤਾਂ ਕਲਿਆਣ ਵੀ ਕਰ ਦਿੰਦੇ ਨਾਲ, ਪਰ ਸਿੱਖ ਨੂੰ ਕੀ ਪਤਾ, ਜੇ ਤੇ ਕਰ ਸਕਦਾ ਉਹਦੀ ਮੁਕਤੀ ਕਰ ਸਕਦਾ ਤੇ ਫਿਰ ਕਰ ਲਵੇ ਇਹ ਵੀ। ਪਰ ਗੁਰੂ ਕੀ ਕਰਨੀ ਵੱਲ ਨਹੀਂ ਦੌੜਿਆ ਜਾ ਸਕਦਾ। ਜੋ ਗੁਰੂ ਸਾਹਿਬ ਕਰ ਸਕਦੇ ਉਹ ਗੁਰੂ ਸਾਹਿਬ ਵੀ ਕਰ ਸਕਦੇ ਆ। ਗੁਰੂ ਸਾਹਿਬ ਨੇ ਜੋ ਆਖਿਆ ਵਾ ਉਹ ਕਾਰ ਕਮਾਉਣੀ ਚਾਹੀਦੀ ਆ, ਗੁਰੂ ਦੀ ਕਰਨੀ ਵੱਲੇ ਨਹੀਂ ਦੌੜਨਾ ਚਾਹੀਦਾ ਕਿ ਗੁਰੂ ਸਾਹਿਬ ਕੀ ਕਰਦੇ। ਤੋ ਇਸ ਕਰਕੇ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ ਗੁਰ ਕਹਿਆ ਸਾ ਕਾਰ ਕਮਾਵਹੁ। ਇਹ ਭਾਈ ਜੋ ਗੁਰੂ ਸਾਹਿਬ ਜੀ ਨੇ ਆਖਿਆ ਹੈ ਨਾ ਉਹ ਕਾਰ ਕਮਾਉਣਾ ਕਰੋ ਭਗਤੀ ਦੀ। ਗੁਰੂ ਕੀ ਕਰਦੇ ਆ, ਗੁਰੂ ਦੀ ਕਰਨੀ ਵੱਲੇ ਨਹੀਂ ਦੌੜਨਾ ਚਾਹੀਦਾ ਹੈ। ਕਾਹਦੇ ਵਾਸਤੇ ਗੁਰੂ ਕੀ ਕਰਨੀ ਵੱਲੇ ਦੌੜਦੇ ਹੋ, ਜੋ ਗੁਰੂ ਸਾਹਿਬ ਦੀ ਸਮਰੱਥਾ ਉਹ ਗੁਰੂ ਦੀ ਹੈ। ਸਿੱਖ ਨੂੰ ਮਹਾਨ ਬਣਾਇਆ ਵਾ ਸਤਿਗੁਰੂ ਜੀ ਨੇ, ਪਰ ਫਿਰ ਵੀ ਸਿੱਖ ਨੇ ਸਿੱਖ ਹੀ ਰਹਿਣਾ ਤੇ ਗੁਰੂ ਨੇ ਗੁਰੂ ਹੀ ਰਹਿਣਾ। ਚੌਰ ਗੁਰੂ ਦੇ ਸਿਰ ਤੇ ਹੀ ਝੁੱਲ ਸਕਦਾ ਹੈ, ਚੰਦੋਆ ਗੁਰੂ ਸਾਹਿਬ ਦੇ ਸੀਸ ਤੇ ਹੀ ਲੱਗ ਸਕਦਾ ਹੈ, ਤਖਤ ਗੁਰੂ ਸਾਹਿਬ ਜੀ ਦਾ ਹੀ ਸੋਭਨੀਕ ਹੋ ਸਕਦਾ ਹੈ, ਅਰਦਾਸ ਗੁਰੂ ਸਾਹਿਬ ਜੀ ਦੇ ਅੱਗੇ ਹੀ ਹੋ ਸਕਦੀ ਹੈ। ਸਿੱਖ ਦੀ ਵਡਿਆਈ ਬਹੁਤ ਮਹਾਰਾਜ ਨੇ ਰੱਖੀ ਹੈ, ਪਰ ਹਰੇਕ ਕੰਮ ਗੁਰੂ ਵਾਲਾ ਸਿੱਖ ਨਹੀਂ ਕਰ ਸਕਦਾ। ਸਿੱਖ ਨੇ ਫਿਰ ਵੀ ਮਹਾਨ ਹੋ ਕੇ ਵੀ ਗੁਰੂ ਦਾ ਸਿੱਖ ਹੀ ਰਹਿਣਾ ਹੈ। ਇਸ ਕਰਕੇ ਗਰੀਬ ਨਵਾਜ ਕਹਿੰਦੇ ਗੁਰੂ ਸਾਹਿਬ ਨੇ ਜੋ ਆਖਿਆ ਹੈ ਉਹ ਕਾਰ ਕਮਾਓ ਭਾਈ। ਗੁਰੂ ਕੀ ਕਰਦਾ ਹੈ, ਗੁਰੂ ਦੀ ਕਰਨੀ ਵੱਲੇ ਨਾ ਭੱਜ ਕੇ ਜਾਓ। ਨਾਨਕ ਗੁਰਮਤਿ ਸਾਚ ਸੁਨਾਵਹੁ। ਗਰੀਬ ਨਵਾਜ ਕਹਿੰਦੇ ਗੁਰੂ ਦੀ ਮੱਤ ਲੈ ਕਰਕੇ ਤੇ ਫਿਰ ਗੁਰੂ ਕੀ ਮੱਤ ਤੇ ਚੱਲ ਕੇ ਸੱਚ ਵਿੱਚ ਸਮਾ ਜਾਓਗੇ। ਸੱਚ ਹੈ ਪਰਮੇਸ਼ਰ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਸ ਸੱਚ ਸਰੂਪ ਦੇ ਵਿੱਚ ਤਾਂ ਭੇਦਤਾ ਹੋਵੇਗੀ ਜੇ ਗੁਰੂ ਦੀ ਮੱਤ ਪ੍ਰਾਪਤ ਕਰੋਗੇ। ਗੁਰੂ ਦੀ ਮੱਤ ਲੈ ਕੇ ਨਾਮ ਬਾਣੀ ਦਾ ਅਭਿਆਸ ਕਰਕੇ ਰਹਿਤ ਬਹਿਤ ਵਿੱਚ ਰਹਿ ਕੇ ਸੱਚ ਦੇ ਵਿੱਚ ਭਾਈ ਸਮਾ ਜਾਓ। ਇਸ ਤਾਈਂ ਵੀ ਪੌੜੀ ਵਿੱਚ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਆ। ਗੁਰੂ ਜੀ ਦੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣਿਆ ਸੀਸ ਅੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਗੁਰ ਕੀ ਕਰਨੀ ਕਾਹੇ ਧਾਮ, ਨਾਨਕ ਗੁਰਮਤਿ ਸਾਚ ਸੁਨਾਵਹੁ।
वाहिगुरु जी का खालसा वाहिगुरु जी की फतेह।